ਐਤਵਾਰ ਮੈਰਿਜ, ਸੋਮਵਾਰ ਰਿਸੈਪਸ਼ਨ ਤੇ ਨੈਕਸਟ ਈਵਨਿੰਗ ਅਸੀਂ PGI ਦੇ ਵਿੱਚ। ਤੇ ਜੇ ਇਹਨੂੰ ਕੁਛ ਮੈਰਿਜ ਦਾ ਪੁੱਛਣਾ ਤੇ ਇਹਨੇ ਕਹਿਣਾ ਆਪਾਂ ਮਤਲਬ ਮੈਰਿਜ ਦਾ ਇਹਨੂੰ ਕੁਛ ਨਹੀਂ ਸੀ ਯਾਦ ਆ ਰਿਹਾ ਉਸ ਟਾਈਮ। ਮੈਨੂੰ ਉਹ ਮੈਰਿਜ ਵਾਲੇ ਦਿਨ ਅੱਜ ਤੱਕ ਨਹੀਂ ਯਾਦ ਆਏ। ਮੈਨੂੰ ਕਦੀ ਇਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਕਿ ਮੈਨੂੰ ਕੋਈ ਸੱਟ ਲੱਗੀ ਵੀ ਹੋਈ ਹੈ। ਜੇ ਮੈਂ ਫੀਲ ਕਰਾਂ ਵੀ ਨਾ ਤੇ ਇਹ ਕਹਿੰਦੇ ਨੇ ਤੇਰੇ ਵਰਗੀ ਸੋਹਣੀ ਕੁੜੀ ਮੈਨੂੰ ਕਿਤੇ ਲੱਭ ਸਕਦੀ ਹੈ। ਤਾਂ ਮੇਰਾ ਜਵਾਬ ਸੀਗਾ ਕਿ ਮੇਰੇ ਵੱਲੋਂ ਨਾ ਘਬਰਾਓ, ਮੈਂ ਉਸ ਚਾਰ ਲਾਵਾਂ ਲਈ ਹੈ। ਦੂਜੇ ਜਦੋਂ ਵੀ ਸੁਣਨਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਨਹੀਂ ਮਤਲਬ ਵਿਆਹ ਇਹ ਹੁੰਦਾ, ਅਸਲ 'ਚ ਇੱਦਾਂ ਦਾ ਵਿਆਹ ਹੋਣਾ ਚਾਹੀਦਾ ਸੀ। ਗੁੱਸਾ ਬੜਾ ਚੜ੍ਹਦਾ ਸੀ, ਦਵਾਈ ਜਾਂ ਕੁਛ ਦੇਣਾ ਇਹਨਾਂ ਤੇ ਗੁੱਸਾ ਥੋੜਾ ਜ਼ਿਆਦਾ ਲੱਥ ਜਾਂਦਾ। ਸੁਖਮਨੀ ਮੇਰੀ ਬੇਟੀ ਹੈ ਛੋਟੀ, ਤੇ ਉਹ ਮੈਨੂੰ ਕਹਿੰਦੀ ਤੁਹਾਨੂੰ ਮੰਮੀ ਜੀ ਸਮੈਲ ਆ ਜਾਂਦੀ ਹੈ ਕਿ ਪਾਪਾ ਆ ਗਏ ਨੇ। ਇੱਕ ਦੌਰ ਸੀਗਾ ਕਿ ਤੁਸੀਂ ਇਹਨਾਂ ਦੀ ਸਪੋਰਟ ਕਰ ਰਹੇ ਸੀਗੇ, ਫਿਰ ਇੱਕ ਦੌਰ ਆਇਆ ਕਿ ਇਹਨਾਂ ਨੂੰ ਤੁਹਾਡੀ ਸਪੋਰਟ ਕਰਨੀ ਪਈ, ਹੈ ਨਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਹੈ ਮੁਹੱਬਤਨਾਮਾ। ਕਈ ਵਾਰ ਜ਼ਿੰਦਗੀ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵਿਆਹ ਦੋ ਪਰਿਵਾਰਾਂ ਦਾ ਮੇਲ ਹੁੰਦਾ, ਪਰ ਵਿਆਹ ਦੋ ਦਿਲਾਂ ਦਾ ਮੇਲ ਉਸ ਤੋਂ ਪਹਿਲਾਂ ਹੁੰਦਾ ਹੈ। ਉਹ ਦਿਲ ਜਿਹੜੇ ਇੱਕ ਧਾਰਮਿਕ ਪ੍ਰਕਿਰਿਆ 'ਚੋਂ ਗੁਜ਼ਰਦੇ ਨੇ, ਜਿਹਨੂੰ ਅਸੀਂ ਵਿਆਹ ਕਹਿ ਦਿੰਦੇ ਹਾਂ, ਪਰ ਉਸ ਵਕਤ ਉਸ ਰਸਮ ਦੌਰਾਨ ਅਸੀਂ ਜੋ ਸੁਣਦੇ ਹਾਂ ਕਿ ਅਸੀਂ ਜ਼ਿੰਦਗੀ ਭਰ ਇੱਕ ਦੂਜੇ ਦਾ ਸਾਥ ਦੇਵਾਂਗੇ, ਹਰ ਦੁੱਖ ਅਤੇ ਸੁੱਖ ਇੱਕ ਦੂਜੇ ਦੇ ਨਾਲ ਖੜਾਂਗੇ, ਉਹ ਰਸਮਾਂ ਮੁਕੰਮਲ ਉਦੋਂ ਹੀ ਹੁੰਦੀਆਂ ਨੇ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਸੱਚੀ ਉਹਨਾਂ ਨੂੰ ਨਿਭਾਉਂਦੇ ਹਾਂ। ਅੱਜ ਇਵੇਂ ਦਾ ਹੀ ਇੱਕ ਜੋੜਾ ਮੇਰੇ ਨਾਲ ਹੈ, ਜਿਨ੍ਹਾਂ ਦਾ ਨਾਂ ਹੈ ਇਕਬਾਲ ਸਿੰਘ ਜੀ ਅਤੇ ਸੁਖਪ੍ਰੀਤ ਕੌਰ। ਉਹਨਾਂ ਦੇ ਵਿਆਹ ਨੂੰ 28 ਵਰ੍ਹਿਆਂ ਦਾ ਅਰਸਾ ਹੋ ਚੁੱਕਿਆ, ਪਰ ਇਸ ਦੌਰਾਨ ਉਹਨਾਂ ਨੇ ਇਹਨਾਂ ਵਰ੍ਹਿਆਂ ਨਾਲੋਂ ਜ਼ਿਆਦਾ ਰੰਗ ਜ਼ਿੰਦਗੀ ਦੇ ਇੱਕ ਦੂਜੇ ਨਾਲ ਨਿਭਾਏ ਨੇ, ਅਤੇ ਉਹ ਰੰਗ ਇੰਨੇ ਅਜੀਬ ਨੇ ਕਿ ਜਦੋਂ ਅਸੀਂ ਸੁਣਦੇ ਹਾਂ ਤਾਂ ਅਸੀਂ ਹੈਰਾਨ ਰਹਿ ਜਾਂਦੇ ਹਾਂ ਕਿ ਸਾਥ ਇਸ ਤਰੀਕੇ ਦਾ ਵੀ ਹੁੰਦਾ ਹੈ। ਬਹੁਤ ਜ਼ਿਆਦਾ ਗੱਲਾਂ ਮੈਂ ਖੁਦ ਨਹੀਂ ਦੱਸੂੰਗੀ। ਇਸ ਵਕਤ ਤੋਂ ਖਰੜ ਰਹਿੰਦੇ ਨੇ ਅਤੇ ਉਹਨਾਂ ਦੀਆਂ ਦੋ ਬਹੁਤ ਹੀ ਖੂਬਸੂਰਤ ਜਿਹੀਆਂ ਬੇਟੀਆਂ ਨੇ। ਉਹਨਾਂ ਦੇ ਮੂੰਹੋਂ ਆਪਾਂ ਉਹਨਾਂ ਦੀ ਕਹਾਣੀ ਸੁਣੀਏ ਤਾਂ ਉਹ ਜ਼ਿਆਦਾ ਦਿਲਚਸਪ ਲੱਗੇਗੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ। ਮੈਨੂੰ ਸੱਚੀ ਸਮਝ ਜਿਹਾ ਨਹੀਂ ਸੀ ਆ ਰਿਹਾ ਕਿ ਮੈਂ ਸ਼ੁਰੂਆਤ ਦੇ ਵਿੱਚ ਤੁਹਾਡੇ ਬਾਰੇ ਕੀ ਦੱਸਾਂ, ਹੈ ਨਾ, ਕਿਉਂਕਿ ਜਿੰਨਾ ਕੁਛ ਮੈਂ ਆ ਕੇ ਇਸ 1 ਘੰਟੇ ਦੌਰਾਨ ਸੁਣਿਆ ਤਾਂ ਉਹ ਬਹੁਤ ਕਹਾਣੀਆਂ ਤੁਹਾਡੇ ਦਿਮਾਗ ਦੇ ਵਿੱਚ ਲੈ ਆਉਂਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗੀ ਕਿ ਤੁਹਾਡਾ ਦੋਵਾਂ ਦਾ ਰਿਸ਼ਤਾ, ਜਿਹੜਾ ਮੈਂ ਹਰ ਜੋੜੇ ਨੂੰ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੁੰਦਾ ਕਿ ਤੁਹਾਡਾ ਰਿਸ਼ਤਾ ਕਿਵੇਂ ਹੋਇਆ, ਕਿਹਨੇ ਤੁਹਾਡੇ ਦੋਵਾਂ ਦੇ ਪਰਿਵਾਰਾਂ ਨੂੰ ਮਿਲਾਇਆ ਜਾਂ ਤੁਹਾਨੂੰ ਦੋਵਾਂ ਨੂੰ ਮਿਲਾਇਆ? ਇਹ ਰਿਸ਼ਤਾ ਜੀ ਸਾਡੀ ਅਰੇਂਜ ਮੈਰਿਜ ਹੈ। ਠੀਕ ਹੈ ਜੀ। ਅਸੀਂ ਫੰਕਸ਼ਨ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ, ਅਸੀਂ ਮੋਹਾਲੀ ਰਹਿੰਦੇ ਸੀ। ਮੈਂ ਅੰਮ੍ਰਿਤਸਰ ਆਪਣੇ ਭਤੀਜੇ ਉਹਦਾ ਦੀ ਪੱਗਾਂ ਦੀ ਸੈਰਾਮਨੀ ਸੀ, ਉਹਦੇ 'ਤੇ ਗਏ ਹੋਏ ਸੀ। ਉਦੋਂ ਮਤਲਬ ਉਸ ਵੇਲੇ ਉਸ ਦੌਰਾਨ ਮਤਲਬ ਗੱਲਬਾਤ ਚੱਲੀ। ਉਹ ਫੰਕਸ਼ਨ ਖ਼ਤਮ ਹੋਣ ਤੋਂ ਬਾਅਦ ਉਹ ਵੀ ਬੜਾ ਖੂਬਸੂਰਤ ਜਿਹਾ ਇੰਸੀਡੈਂਸ ਹੈ ਕਿ ਉਦੋਂ ਅਗਲੀ ਸਵੇਰ ਸੀ ਫੰਕਸ਼ਨ ਤੋਂ ਬਾਅਦ, ਮੈਂ ਵਾਪਿਸ ਆਉਣਾ ਸੀ ਇੱਥੇ ਮੋਹਾਲੀ, ਅਤੇ ਮੈਂ ਆਪਣੇ ਮਾਸੀ ਮਾਸੜ ਜੀ ਦੇ ਘਰ, ਜਿਨ੍ਹਾਂ ਨੇ ਸਾਨੂੰ ਮਾਸੀ ਜੀ ਨੇ ਸਾਨੂੰ ਮਾਂ ਤੋਂ ਵੱਧ ਕੇ ਪਿਆਰ ਦਿੱਤਾ, ਅਤੇ ਉੱਥੇ ਸਾਡੇ ਮਾਸੜ ਜੀ ਦਾ ਜਿਹੜਾ ਗੱਲਬਾਤ ਕਰਨ ਦਾ ਅੰਦਾਜ਼ ਸੀ ਉਹ ਬਹੁਤ ਰੋਹਬ ਵਾਲਾ ਹੁੰਦਾ ਸੀ। ਤਾਂ ਮੈਂ ਉਸ ਦਿਨ ਅਗਲੇ ਦਿਨ ਸਵੇਰੇ ਮੈਨੂੰ ਯਾਦ ਹੈ ਕਿ ਮੈਂ ਸਿਰ ਨਹਾਤਾ ਹੋਇਆ ਸੀ, ਅਤੇ 9:30 ਵਜੇ ਦਾ ਟਾਈਮ, ਅਤੇ ਉਹ ਮੈਨੂੰ ਅਚਾਨਕ ਇੱਕ ਵਾਰੀ ਆ ਕੇ ਮਿਲੇ। ਕਹਿੰਦੇ ਮੇਰਾ ਨਿਕ ਨੇਮ ਜਿਹੜਾ ਹੈ ਉਹ ਬਿੱਟੂ ਹੈ, ਘਰ ਦਾ ਨਾਂ। ਉਹ ਕਹਿੰਦੇ ਬਿੱਟੂ, ਮੈਂ ਆਪਣੀ ਗੱਡੀ ਸਾਹਮਣੇ ਘਰ ਬਾਹਰ ਕਿਸੇ ਦੇ ਘਰ ਖੜ੍ਹੀ ਕੀਤੀ ਹੋਈ ਸੀ ਉਸ ਵੇਲੇ, ਅਤੇ ਕਹਿੰਦੇ ਜਾ ਸਾਹਮਣੇ ਘਰੋਂ ਗੱਡੀ ਬਾਹਰ ਕੱਢ ਕੇ ਖੜ੍ਹੀ ਕਰ, ਅਤੇ ਬਾਹਰ ਖੜ੍ਹੀ ਕਰ, ਅਤੇ ਨਾਲ ਹੀ ਉਹਨਾਂ ਨੇ ਮੈਨੂੰ ਉਹਨਾਂ ਦਾ ਐਕਸ਼ਨ ਯਾਦ ਹੈ, ਅਤੇ ਪਟਕਾ ਬੰਨ੍ਹ ਕੇ ਜਾਈ, ਉਹਨਾਂ ਨੇ ਪਟਕਾ ਬੰਨ੍ਹ ਕੇ ਜਾਈ ਥੱਲੇ। ਤਾਂ ਮੈਂ ਪਟਕਾ ਬੰਨ੍ਹ ਕੇ ਥੱਲੇ ਗਿਆ, ਮੈਂ ਗੱਡੀ ਖੜ੍ਹੀ ਕਰਕੇ ਉਹਨਾਂ ਦੇ ਘਰ ਦੇ ਅੱਗੇ ਥੱਲੇ ਲਗਾਈ,
ਤੇ ਥੱਲੇ ਹੀ ਲਗਾਈ ਸੀ ਤੇ ਅੰਦਰੋਂ ਦੋ ਜਣੇ ਨਾਲ ਕੇ ਇੱਕ ਸਰਦਾਰ ਜੀ ਤੇ ਜੋ ਮੇਰੇ ਅੱਜ ਸਹੁਰਾ ਸਾਹਿਬ ਨੇ, ਅੱਜ ਮੈਂ ਪਹਿਲੇ ਦੱਸ ਰਿਹਾ ਲੇਕਿਨ ਉਦੋਂ ਮੈਨੂੰ ਨਹੀਂ ਪਤਾ ਸੀ। ਇੱਕ ਸਾਡੇ ਜਿਹੜੇ ਵਿਚੋਲੇ ਕਹਿ ਲਓ ਜਾਂ ਸਾਡੇ ਮੇਰੇ ਨੌਨ ਸੀਗੇ, ਸਾਡੇ ਬੜੇ ਫੈਮਿਲੀ ਫਰੈਂਡ ਕਹਿ ਲਓ ਜਾਂ ਉਹ ਮਤਲਬ ਦੋਨੋਂ ਬਾਹਰ ਨਿਕਲੇ ਤੇ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਗਏ। ਨੋਰਮਲ ਗੱਲਾਂ ਹੋਈਆਂ, ਕਿਸ ਤਰ੍ਹਾਂ ਕੀ ਤਿਆਰੀ। ਤੇ ਮੈਂ ਕਿਹਾ ਜੀ ਮੈਂ ਚੱਲਿਆ ਜਾਣਾ ਅੱਜ, ਕਹਿੰਦੇ ਚਲੇ ਜਾਣਾ ਚੰਡੀਗੜ੍ਹ। ਮੈਂ ਕਿਹਾ ਹਾਂ ਚਲੇ ਜਾਣਾ। ਵੈਸੇ ਲਾਈਫ ਨੇ ਪੁੱਛਣ ਲੱਗੇ ਕਾਰੋਬਾਰ ਕਿਸ ਤਰ੍ਹਾਂ, ਇਹ ਕਿਸ ਤਰ੍ਹਾਂ, ਜਿਸ ਤਰ੍ਹਾਂ ਹਰ ਮੇਰਾ ਖਿਆਲ ਸ਼ਾਇਦ ਰਿਸ਼ਤੇ 'ਚ ਪੁੱਛਿਆ ਜਾਂਦਾ ਹੋਵੇ। ਹਾਂਜੀ ਵੀ ਕੱਲ੍ਹ ਫੰਕਸ਼ਨ ਸੀਗਾ, ਸ਼ਰਾਬ ਸ਼ਰੂਬ ਮਤਲਬ ਜਾਂ ਦਾਰੂ ਖੂਬ। ਮੈਂ ਕਿਹਾ ਜੀ ਮੈਂ ਤਾਂ ਪੀਂਦਾ ਨਹੀਂ ਹੈ, ਅਸੀਂ ਪਿਓਰ ਵੈਜੀਟੇਰੀਅਨ ਸ਼ੁਰੂ ਤੋਂ ਹੀ ਰਹੀ ਹੈ ਫੈਮਿਲੀ 'ਚ, ਸਾਰੀ ਫੈਮਿਲੀ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਨਹੀਂ ਮੈਂ ਤਾਂ ਸ਼ਰਾਬ ਪੀਂਦਾ ਹੀ ਨਹੀਂ। ਅਤੇ ਮੈਂ ਕਿਹਾ ਵੀ ਨਹੀਂ ਪੀਤੀ ਮੇਰੀ ਤਾਂ, ਮੈਂ ਕਿਹਾ ਸ਼ਰਾਬ ਦਾ ਖਰਚਾ ਜਿਹੜਾ ਬੰਦਾ ਰੋਜ਼ ਕਰਦਾ ਨਾ, ਮੇਰਾ ਤਾਂ ਅੱਜ ਕੱਲ੍ਹ ਪੈਟਰੋਲ ਫੂਕਦੀ ਹੈ ਗੱਡੀ। ਉਸ ਟਾਈਮ 'ਤੇ 300-400 ਰੁਪਏ ਦਾ ਪੈਟਰੋਲ ਸੰਨ 92 ਦੀ ਗੱਲ ਹੈ। ਅਤੇ ਮਤਲਬ ਇਹ ਮੇਰਾ ਜਵਾਬ ਸੀ। ਇਸ ਤਰ੍ਹਾਂ ਹੀ ਕਾਫੀ ਗੱਲਾਂ ਹੋਈਆਂ ਅਤੇ ਉਹ ਚਲੇ ਗਏ। ਮੈਨੂੰ ਨਹੀਂ ਸੀ ਪਤਾ ਵੀ ਕੀ ਗੱਲ ਹੈ। ਉਸ ਤੋਂ ਬਾਅਦ ਜਨਾ ਜਾਣ ਤੋਂ ਬਾਅਦ ਦੌਰਾਨ ਪਤਾ ਲੱਗਿਆ, ਕਹਿੰਦੇ ਵੀ ਗੱਲ ਕੀ ਹੈ ਵੀ ਸ਼ਾਮ ਨੂੰ ਫੈਮਿਲੀ ਤੋਂ, ਮਦਰ ਤੋਂ, ਮਾਸੀ ਜੀ ਹੋਣਾ ਤੋਂ ਜਾਂ ਉਹਨਾਂ ਤੋਂ ਪਤਾ ਲੱਗਿਆ ਵੀ ਤੈਨੂੰ ਸਵੇਰੇ ਦੇਖਿਆ ਸੀ ਜਾਂ ਦੇਖਣ ਆਏ ਸੀ। ਅਤੇ ਉਹਨਾਂ ਨੇ ਹਾਂ ਕੀਤੀ ਅਤੇ ਆਪਾਂ ਸ਼ਾਮ ਨੂੰ ਦੇਖਣ ਜਾਣਾ। ਬਿਲਕੁਲ ਵੀ ਪ੍ਰੀਪੇਅਰ ਨਹੀਂ ਸੀਗੇ। ਅਤੇ ਇਹ ਮੈਂ ਕਹਿ ਰਿਹਾ ਸੀ ਮੈਂ ਤਾਂ ਜਾਣਾ ਵਾਪਸ। ਕਹਿੰਦੇ ਨਹੀਂ ਅੱਜ ਨਹੀਂ ਜਾਣਾ। ਬਸ ਉਸੇ ਦਿਨ ਸ਼ਾਮ ਨੂੰ ਅਸੀਂ ਉਹ ਆਪਣੇ ਜਿਹੜੇ ਵਿਚੋਲਾ ਕਹਿ ਲਓ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਘਰ ਹੀ ਸਾਡਾ ਇਲਮ ਹੈ। ਬਸ ਉੱਥੇ ਉਸ ਤੋਂ ਅੱਗੇ ਕਹਾਣੀ ਸਾਰੀ ਪੱਕੀ ਹੋਈ ਜਾਂ ਜਿਸ ਤਰ੍ਹਾਂ ਹੋਈ, ਥੋੜ੍ਹੇ ਦਿਨਾਂ ਦੇ ਵਿੱਚ ਹੀ ਅੰਗੇਜਮੈਂਟ ਹੋ ਗਈ। ਬਸ ਉੱਥੋਂ ਸਾਡਾ ਇਹ ਸਫ਼ਰ ਸ਼ੁਰੂ ਹੋਇਆ। ਅੱਛਾ ਜੀ। ਮੈਮ ਤੁਹਾਨੂੰ ਕੀ ਦੱਸਿਆ ਸੀਗਾ ਵੀ ਇੰਨਾ ਤਰ੍ਹਾਂ ਹੀ ਅਚਾਨਕ ਦੇਖ ਲਿਆ ਜਾਂ ਫਿਰ? ਨਹੀਂ, ਮੈਨੂੰ ਦੱਸ ਦਿੱਤਾ ਸੀਗਾ ਕਿ ਵੀ ਐਸਾ ਲੜਕਾ ਦੇਖਿਆ ਵਾ ਅਤੇ ਮਤਲਬ ਮੈਨੂੰ ਕਹਿੰਦੇ ਕਿ ਤੂੰ ਪਸੰਦ ਕਰ ਲੈ। ਅਤੇ ਉਹਨਾਂ ਦਾ ਨਾ ਮਤਲਬ ਕਮਰਾ ਸੀ, ਉਹ ਮਿਰਰ ਲੱਗਾ ਸੀ ਕਿ ਅੰਦਰੋਂ ਮੈਂ ਬਾਹਰੋਂ ਦੇਖ ਸਕਦੀ ਹਾਂ, ਲੇਕਿਨ ਅੰਦਰੋਂ ਨਹੀਂ ਕਿਸੇ ਨੂੰ ਪਤਾ ਹੁੰਦਾ ਕਿ ਮੈਂ ਦੇਖਦੀ ਪਈ ਹਾਂ ਕਿ ਨਹੀਂ ਦੇਖਦੀ ਪਈ। ਅਤੇ ਫਿਰ ਮੈਂ ਮਿਰਰ ਦੇ ਵਿੱਚੋਂ ਦੇਖਿਆ, ਮੈਂ ਯੈਸ ਕਰ ਦਿੱਤੀ। ਅਤੇ ਵਿਆਹ ਤੁਹਾਡਾ ਹੋਇਆ ਹੈ ਨਾ, 28 ਸਾਲ ਹੋ ਗਏ ਨੇ, 1993 ਅਕਤੂਬਰ 'ਚ। ਉਸ ਤੋਂ ਬਾਅਦ ਹੀ ਮਤਲਬ ਇੱਕ ਸਮਾਂ ਹੁੰਦਾ ਜਦੋਂ ਸਾਨੂੰ ਘੱਟੋ ਘੱਟ, ਆਪਾਂ ਹਮੇਸ਼ਾ ਕਹਿੰਦੇ ਹਾਂ ਜਦੋਂ ਕਿਸੇ ਬੱਚੇ ਦੋਨਾਂ ਬੱਚਿਆਂ 'ਚ ਕੋਈ ਪ੍ਰੋਬਲਮ ਵੀ ਹੋਵੇ ਤਾਂ ਆਪਾਂ ਕਹਿੰਦੇ ਇੱਕ ਦੂਜੇ ਨੂੰ ਵਕਤ ਦਿਓ, ਹੈ ਨਾ, ਤੁਸੀਂ ਇੱਕ ਦੂਜੇ ਨੂੰ ਸਮਝ ਜਾਓਗੇ। ਪਰ ਤੁਹਾਨੂੰ ਮਹਿਜ਼ 3 ਦਿਨ ਇੱਕ ਦੂਜੇ ਨੂੰ ਮਤਲਬ 3 ਦਿਨ ਬਹੁਤ ਥੋੜ੍ਹੇ ਹੁੰਦੇ ਆ, ਕਿਉਂਕਿ ਪਹਿਲਾ ਵਿਆਹ ਵਾਲਾ ਦਿਨ ਇਹੋ ਜਿਹਾ ਹੁੰਦਾ ਕਿ ਤੁਸੀਂ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਹੋ ਕਿ ਗੱਲਬਾਤ ਨਹੀਂ ਕਰ ਸਕਦੇ, ਹੈ ਨਾ। ਦੂਜੇ ਦਿਨ ਵੀ ਉੱਦਾਂ ਦਾ ਹੀ ਘਰ 'ਚ ਜਿਹੜਾ ਮਾਹੌਲ ਹੁੰਦਾ। ਅਤੇ ਤੀਸਰੇ ਦਿਨ ਜ਼ਿੰਦਗੀ 'ਚ ਇੱਕ ਹਾਦਸਾ ਉਹ ਵਾਪਰਿਆ, ਹੈ ਨਾ, ਜਿਹੜਾ ਕਿ ਮੈਨੂੰ ਲੱਗਦਾ ਵੀ ਤੁਹਾਡੀ ਕਹਾਣੀ ਦੀ ਖੂਬਸੂਰਤੀ ਤਾਂ ਨਹੀਂ ਮੈਂ ਕਹੂੰਗੀ, ਪਰ ਤੁਹਾਡੇ ਰਿਸ਼ਤੇ ਦੀ ਖੂਬਸੂਰਤੀ ਆ, ਜਿਹਨੇ ਤੁਹਾਨੂੰ ਦੱਸਿਆ ਕਿ ਕੋਈ ਇੰਨਾ ਡੂੰਘਾ ਵੀ ਇੱਕ ਦੂਜੇ ਲਈ ਨਿਭਾ ਸਕਦਾ, ਹੈ ਨਾ। ਤੀਸਰੇ ਦਿਨ ਉਹ ਹਾਦਸਾ ਹੋਇਆ। ਬਹੁਤ ਘੱਟ ਗੱਲ ਕੀਤੀ ਹੋਣੀ ਆ ਤੁਸੀਂ ਆਪਣੇ ਆਪ ਨਾਲ, ਇਹਨਾਂ ਨਾਲ ਜਾਂ ਇਹਨਾਂ ਨੇ ਤੁਹਾਡੇ ਨਾਲ, ਹੈ ਨਾ। ਫਿਰ ਵੀ ਮਤਲਬ ਇਹ ਰਿਸ਼ਤਾ ਉਸ ਦਿਨ ਤੋਂ ਬਾਅਦ ਅੱਜ 28 ਵਰ੍ਹਿਆਂ ਦਾ ਸਫ਼ਰ ਤੈਅ ਕਰ ਗਿਆ। ਮੈਂ ਚਾਹੁੰਦੀ ਹਾਂ ਕਿ ਪਹਿਲਾਂ ਤਾਂ ਤੁਸੀਂ ਦੱਸੋ ਕਿ ਉਸ ਦਿਨ ਮਤਲਬ ਕੀ ਹੋਇਆ ਸੀ ਐਵੇਂ ਦਾ, ਹੈ ਨਾ। ਅਸੀਂ ਜਦੋਂ ਪਟਿਆਲੇ ਮੱਥਾ ਟੇਕਣ ਗਏ ਸੀ ਦੁੱਖ ਨਿਵਾਰਨ ਸਾਹਿਬ, ਇਹਨਾਂ ਦੇ ਮਾਸੀ ਦਾ ਬੇਟਾ ਔਰ ਉਹਦੀ ਮਿਸਿਸ ਉਹ ਵੀ ਨਾਲ ਸੀਗੇ। ਉਹ ਆਪਣੀ ਗੱਡੀ 'ਚ ਕਾਰ 'ਚ ਆ ਰਹੇ ਸੀ, ਉਹ ਬੈਕ 'ਤੇ ਉਹ ਸੀਗੇ ਅਤੇ ਫਰੰਟ 'ਤੇ ਅਸੀਂ ਸੀ। ਮੱਥਾ ਟੇਕਿਆ ਅਤੇ ਉੱਥੇ ਮੈਨੂੰ ਸੌਰੀ ਯਾਦ ਨਹੀਂ ਹੈ ਕਿਉਂਕਿ ਬਿਕੋਜ਼ ਉਦੋਂ ਐਕਸੀਡੈਂਟ ਹੀ ਇਹੋ ਜਿਹਾ ਸੀ ਕਿ ਮੈਂ ਕਾਫੀ ਗੱਲਾਂ ਭੁੱਲ ਚੁੱਕੀ ਹੋਈ ਹਾਂ। ਅਤੇ ਅਸੀਂ ਮਤਲਬ ਮੱਥਾ ਟੇਕਿਆ ਅਤੇ ਆਈ ਥਿੰਕ ਲੰਗਰ ਛਕਿਆ ਹੋਏਗਾ ਅਤੇ ਵਾਪਸ ਆ ਰਹੇ ਹਾਂ। ਅਤੇ ਮੈਂ ਇਹਨਾਂ ਨੂੰ ਕਿਹਾ ਕਿ ਵੀ ਮੈਨੂੰ ਨਾ ਨੀਂਦ ਬੜੀ ਆ ਰਹੀ ਜੀ, ਬਿਕੋਜ਼ ਮੈਂ ਨਾ ਟੈਂਪਰੇਰੀ ਬਹੁਤ ਜ਼ਿਆਦਾ ਥੱਕ ਗਈ ਸੀ। ਇੰਨਾ ਜ਼ਿਆਦਾ ਥੱਕ ਗਈ ਸਾਂ। ਰਿਸੈਪਸ਼ਨ ਹੋਈ ਸੀਗੀ, ਰਿਸੈਪਸ਼ਨ ਤੋਂ ਨੈਕਸਟ ਡੇ ਅਸੀਂ ਗਏ ਸੀ ਪਟਿਆਲੇ। ਅਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਨੀਂਦ ਆਉਂਦੀ ਪਈ ਹੈ ਅਤੇ ਮੈਂ ਫਰੰਟ 'ਤੇ ਨਹੀਂ ਸੋਣਾ, ਮੈਨੂੰ ਬੈਕ 'ਤੇ ਆ ਲੈਣ ਦਿਓ। ਅਤੇ ਇਹਨਾਂ ਦੇ ਡੈਡੀ ਜੀ ਕਹਿੰਦੇ ਕਿ ਤੂੰ ਸੋ ਜਾ, ਬਿੱਟੂ ਕੋਈ ਪਹਿਲੀ ਵਾਰੀ ਕਾਰ ਚਲਾਉਣ ਲੱਗਿਆ। ਮੈਂ ਸੋ ਗਈ ਔਰ ਮੈਂ ਇੰਨੀ ਬੁਰੀ ਤਰ੍ਹਾਂ ਸੋ ਗਈ ਨਾ, ਮੈਨੂੰ ਅੱਜ ਤੱਕ ਕੁਛ ਯਾਦ ਨਹੀਂ ਹੈਗਾ। ਸਰ ਤੁਸੀਂ
मैं चाहती हूँ तुसी दसो इस चीज़ ਨੂੰ। ਇਸ 17 ਅਕਤੂਬਰ 1993 ਨੂੰ ਸਾਡੀ ਮੈਰਿਜ ਹੁੰਦੀ ਹੈ। ਠੀਕ ਹੈ, ਉਦੋਂ 18 ਤਰੀਕ ਨੂੰ ਰਿਸੈਪਸ਼ਨ ਰੱਖੀ ਹੋਈ ਸੀ ਮੋਹਾਲੀ ਦੇ ਵਿੱਚ, ਅਸੀਂ ਰਹਿੰਦੇ ਸੀਗੇ ਉਦੋਂ, ਅਤੇ ਰਿਸੈਪਸ਼ਨ ਹੋਈ ਹੈ। ਨੈਕਸਟ ਡੇ ਉਹ ਮੇਰੇ ਮਦਰ ਪੰਚਮੀ ਦੇ ਉੱਤੇ ਪਟਿਆਲੇ ਜਾਂਦੇ ਹੁੰਦੇ ਸੀ, ਜਾਂ ਉਹਨਾਂ ਦੀ ਇੱਛਾ ਵੀ ਸੀ ਵੀ ਬੱਚਿਆਂ ਨੂੰ ਲੈ ਕੇ ਜਾਣਾ, ਅਤੇ ਨੈਕਸਟ ਡੇ ਹੀ ਅਸੀਂ ਪਟਿਆਲੇ ਨੂੰ ਚਲੇ ਗਏ। ਕੋਈ ਅਤੇ ਪਟਿਆਲੇ ਗਏ ਅਤੇ 2 ਗੱਡੀਆਂ ਸੀ ਸਾਡੇ, ਇੱਕ 'ਚ ਅਸੀਂ ਸੀਗੇ, ਮੈਂ, ਇਹ, ਮਦਰ ਅਤੇ ਫਾਦਰ। ਦੂਸਰੇ 'ਚ ਮੇਰੇ ਮਾਸੀ ਜੀ ਦੇ, ਜਿਨ੍ਹਾਂ ਨੇ ਸਾਡਾ ਰਿਸ਼ਤਾ ਕਰਾਇਆ ਸੀ, ਉਹਨਾਂ ਦੇ ਮੇਰੇ ਵੱਡੇ ਕਜ਼ਨ ਅਤੇ ਉਹਨਾਂ ਦੀ ਵੱਡੇ ਕਜ਼ਨ ਰਵਿੰਦਰ ਸਿੰਘ ਅਤੇ ਉਹਨਾਂ ਦੀ ਮਿਸਿਸ ਨਾਲ ਸੀਗੇ, ਉਹ ਇੱਕ ਗੱਡੀ ਸੀ। ਸਾਡਾ ਕਾਫੀ ਫੈਮਿਲੀ ਬੌਂਡਿੰਗ ਆਪਸ 'ਚ ਰਹੀ, ਜੋ ਅੱਜ ਤੱਕ ਵੀ ਹੈ। ਤੋ ਉਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਪਟਿਆਲੇ ਮੱਥਾ ਟੇਕਣ ਚਲੇ ਗਏ, ਉੱਥੋਂ ਚੱਲਣ ਲੱਗਿਆ ਇਹਨੇ ਮੈਨੂੰ ਐਗਜ਼ੈਕਟਲੀ ਇਹੀ ਸ਼ਾਮ ਦਾ ਕੋਈ 5-5:30 ਵਜੇ ਦਾ ਟਾਈਮ ਹੋਏਗਾ, ਅਤੇ ਇਹਨੇ ਮੈਨੂੰ ਚੱਲਣ ਲੱਗਿਆ ਕਿਹਾ, ਕਹਿੰਦੀ ਵੀ ਮੈਨੂੰ ਨੀਂਦ ਆਉਂਦੀ ਪਈ ਹੈ ਅਤੇ ਮੈਂ ਪਿੱਛੇ ਬੈਠ ਜਾਵਾਂ। ਮੈਨੂੰ ਯਾਦ ਹੈ ਕਿ ਮੈਂ ਇਹਨੂੰ ਜਵਾਬ ਦਿੱਤਾ, ਮੈਂ ਕਿਹਾ ਵੀ ਦੇਖ, ਕੋਈ ਬਹੁਤੀ ਜ਼ਿਆਦਾ ਜਿੱਦਾਂ ਤੁਸੀਂ ਕਿਹਾ ਵੀ ਗੱਲਬਾਤ ਤਾਂ ਹੱਦ ਜ਼ਿਆਦਾ ਨਹੀਂ ਸੀ, ਟਾਈਮ ਮਿਲਿਆ 48 ਆਵਰਸ ਹੀ ਸਾਰੇ ਹੋਏ ਸੀ। ਅਤੇ ਉਸ ਵੇਲੇ ਮੈਂ ਇਹਨੂੰ ਜਵਾਬ ਦਿੱਤਾ, ਮੈਨੂੰ ਯਾਦ ਹੈ, ਮੈਂ ਕਿਹਾ ਵੀ ਸ਼ਾਇਦ ਭਗਵਾਨ ਨੇ, ਮੈਂ ਕਿਹਾ ਤੇਰੀ ਸੀਟ ਹੈ, ਤੂੰ ਛੱਡ ਕੇ ਬਹਿਣਾ ਤਾਂ ਬਹਿ ਜਾ, ਫਰੰਟ ਸੀਟ ਤਾਂ ਤੇਰੀ ਹੈ। ਅਤੇ ਇਹ ਬੈਠ ਗਈ ਉੱਥੇ। ਅਤੇ ਆਉਂਦਿਆਂ ਮੈਨੂੰ ਐਗਜ਼ੈਕਟਲੀ ਯਾਦ ਹੈ, ਜਦੋਂ ਪਟਿਆਲੇ ਤੋਂ ਵਾਪਸ ਚੰਡੀਗੜ੍ਹ ਨੂੰ ਆ ਰਹੇ ਹਾਂ, ਤਾਂ ਮੈਨੂੰ ਰਾਜਪੁਰਾ ਬਾਈਪਾਸ 'ਤੇ ਜਦੋਂ ਆਇਆ, ਅਤੇ ਮੈਂ ਕਾਫੀ ਮੇਰੀ ਡਰਾਈਵਿੰਗ ਹੁੰਦੀ ਸੀ ਉਦੋਂ, ਗੱਡੀ ਬਿਜ਼ਨਸ ਦੇ ਕਰਕੇ ਜਾਂ ਹੋਰ ਕੁਛ ਕਰਕੇ। ਮੈਨੂੰ ਯਾਦ ਹੈ ਵੀ ਮੈਨੂੰ ਥੋੜ੍ਹਾ ਜਿਹਾ ਝਪਕੀਆਂ ਜਾਂ ਜਿਸ ਤਰ੍ਹਾਂ ਆਉਣ ਲੱਗੀਆਂ ਆਈਆਂ ਨੇ। ਮੈਂ ਰਾਜਪੁਰਾ ਬਾਈਪਾਸ ਤੋਂ ਕ੍ਰੋਸ ਹੋ ਕੇ ਜਦੋਂ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਸੜਕ ਆਈਦਾ, ਉੱਥੇ ਇੱਕ ਗਗਨ ਵਾਲਿਆਂ ਦੇ ਜਿਹੜੀ ਫੈਕਟਰੀ ਦੇ ਬਾਹਰ ਪੈਟਰੋਲ ਪੰਪ ਸੀ, ਉੱਥੋਂ ਪੈਟਰੋਲ ਪਵਾਇਆ। ਅਤੇ ਵੀ ਚਲੋ ਵਿਚਕਾਰ ਸਾਡਾ ਪ੍ਰੋਗਰਾਮ ਸੀ ਵੀ ਸ਼ਾਇਦ ਚੰਡੀਗੜ੍ਹ ਜਾਣਾ ਜਾਂ ਘਰ ਜਾਣਾ, ਉਸ ਤੋਂ ਅਗਲੇ ਦਿਨ ਅੰਮ੍ਰਿਤਸਰ ਜਾਣਾ ਸੀ ਵਾਪਸ ਫੇਰੇ ਦੇ ਉੱਤੇ। ਅਤੇ ਮੇਰੇ ਕਜ਼ਨ ਉਹਨਾਂ ਦੇ ਵੀ ਉਹ ਨਾਲ ਸੀਗੇ, ਅਤੇ ਉਹਨਾਂ ਮੈਂ ਕਹਿੰਦੇ ਵੀ ਪਹਿਲੇ ਉਹ ਪਟਿਆਲੇ ਤੋਂ ਉਹ ਅੱਗੇ ਸੀਗੇ ਸਾਡੇ ਤੋਂ, ਅਤੇ ਮੈਂ ਪਿੱਛੇ ਸੀ। ਅਤੇ ਮੈਂ ਪੈਟਰੋਲ ਪਾਉਣ ਤੋਂ ਬਾਅਦ ਮੈਂ ਕਿਹਾ ਮੈਂ ਅੱਗੇ ਚੱਲਦਾ, ਅਤੇ ਵੀ ਚਲੋ ਡਿਸਾਈਡ ਕਰਦੇ ਹਾਂ ਅੱਗੇ ਜਾ ਕੇ ਵੀ ਚੰਡੀਗੜ੍ਹ ਜਾਣਾ ਕਿ ਘਰ ਜਾਣਾ। ਅਤੇ ਅਸੀਂ ਜਦੋਂ ਉੱਥੋਂ ਚੱਲੇ, ਮੈਨੂੰ ਸ਼ਾਇਦ ਉੱਥੋਂ ਚੱਲਣ ਤੋਂ ਬਾਅਦ ਰਸਤੇ 'ਚ ਕਾਲੋ ਮਾਜਰਾ ਪਿੰਡ ਆਉਂਦਾ, ਮੈਨੂੰ ਨਹੀਂ ਪਤਾ ਉਹ ਮੈਂ ਕਿਸ ਤਰ੍ਹਾਂ ਕ੍ਰੋਸ ਕੀਤਾ ਇਹ ਨਹੀਂ, ਸ਼ਾਇਦ ਮੈਂ ਨੀਂਦ ਦੇ ਵਿੱਚ ਹੀ 7-8 ਕਿਲੋਮੀਟਰ ਦੀ ਡਰਾਈਵ ਮੇਰੀ, ਜਿੱਦਾਂ ਕਹਿੰਦੇ ਆ ਵੀ ਨੀਂਦ ਦੇ ਵਿੱਚ ਹੀ ਚਲਾਈ ਜਾਂਦਾ। ਮੈਨੂੰ ਜਿਹੜਾ ਯਾਦ ਆ ਵੀ ਮੈਨੂੰ ਉਹ ਜਦ ਕਿ ਮੇਰਾ ਬਹੁਤ ਹੀ ਫੈਮਲੀਅਰ, ਮਤਲਬ ਕਹਿ ਲਓ ਵੀ ਨੌਨ ਰਸਤਾ ਸੀਗਾ। ਮੈਂ ਕਾਫੀ ਵਾਰੀ ਮਤਲਬ ਜਿੱਦਾਂ ਗੁਜ਼ਰਿਆ ਸਾਰੇ ਪੰਜਾਬ 'ਚ, ਦਿੱਲੀ, ਅੰਮ੍ਰਿਤਸਰ ਜਾਂ ਪਟਿਆਲਾ ਜਾਂ ਕਿ ਇਹ ਰਸਤਾ ਮੇਰਾ ਕਾਮਨ ਮੇਰਾ ਵੇ ਸੀ। ਅਤੇ ਮੈਨੂੰ ਨਹੀਂ ਯਾਦ ਉਸ ਟਾਈਮ 'ਤੇ ਮੈਂ ਕਿੰਨਾ ਗਿਆ। ਮੇਰੇ ਦਿਮਾਗ ਸਿਰਫ ਇਹ ਸੀ ਵੀ ਚਲੋ ਬਨੂੜ ਜੜ ਕੇ ਗੱਡੀ ਰੋਕਦੇ ਹਾਂ ਜਾਂ ਕੁਛ ਨਾ ਕੁਛ ਮੂੰਹ ਨੂੰ ਛਿੱਟੇ ਮਾਰਾਂਗੇ ਅਤੇ ਫਿਰ ਡਿਸਾਈਡ ਕਰਦੇ ਕਿੱਧਰ ਜਾਣਾ। ਬਸ ਮੈਂ ਸ਼ਾਇਦ ਉਸ ਸਮੇਂ 'ਤੇ ਬਨੂੜ ਤੱਕ ਨਹੀਂ ਪਹੁੰਚ ਸਕੇ। ਬਨੂੜ ਤੋਂ 2 ਕਿਲੋਮੀਟਰ 1.5 ਕਿਲੋਮੀਟਰ ਪਹਿਲਾਂ ਹੀ ਇੱਕ ਆਲਰੇਡੀ ਐਕਸੀਡੈਂਟ ਹੋਇਆ ਸੀ, ਜੋ ਜਾਣ ਵੇਲੇ ਵੀ ਮੈਨੂੰ ਯਾਦ ਹੈ। ਇੱਕ ਟਰੱਕ ਖੜ੍ਹਾ ਸੀ ਸਾਈਡ 'ਤੇ, ਇੱਕ ਟਰਾਲਾ ਸੀਗਾ, ਉਹਦੇ ਵਿਚਕਾਰੋਂ ਥੋੜ੍ਹਾ ਜਿਹਾ ਰਸਤਾ ਸੀਗਾ ਲੰਘ ਕੇ ਜਾਣ ਲੱਗੇ। ਮੈਨੂੰ ਯਾਦ ਹੈ ਵੀ ਮੈਨੂੰ ਨੋਨ ਹੈ ਵੀ ਮੈਂ ਲੰਘਿਆ ਉੱਥੋਂ, ਅਤੇ ਥੋੜ੍ਹਾ ਜਿਹਾ ਸ਼ਾਇਦ ਮਹਿਸੂਸ ਹੋਇਆ ਵੀ ਇਹ ਬੜਾ ਗਲਤ ਜਿਹਾ ਉਹ ਹੈ। ਉੱਥੇ ਹੀ ਆਉਣ ਲੱਗਿਆ ਅਤੇ ਸ਼ਾਇਦ ਜਦੋਂ ਚੱਲੇ ਉੱਥੋਂ 6-7 ਕਿਲੋਮੀਟਰ ਦੇ ਰਸਤੇ ਦਾ ਮੈਨੂੰ ਕੋਈ ਮੈਨੂੰ ਪਤਾ ਨਹੀਂ ਕਿੱਦਾਂ ਕੀਤਾ। ਬਸ ਸਿਰਫ ਮੈਨੂੰ ਇਹ ਪਤਾ ਲੱਗਾ ਕਿ ਸ਼ਾਇਦ ਇਹ ਵੀ ਸੁੱਤੀ ਪਈ ਸੀ, ਸਾਰਾ ਇਹ ਵੀ ਸੋ ਗਈ, ਅੱਗੇ ਪਿੱਛੇ ਮਦਰ ਵੀ ਸੋ ਗਏ, ਇਹਦੇ ਪਿੱਛੇ ਮਦਰ ਬੈਠੇ ਸੀ, ਮੇਰੇ ਪਿੱਛੇ ਫਾਦਰ ਬੈਠੇ ਸੀ। ਅਤੇ ਫਾਦਰ ਨੇ ਸ਼ਾਇਦ ਮੇਰਾ ਖਿਆਲ ਮੈਨੂੰ ਹਿਲਾਇਆ ਹੋਏਗਾ, ਪਿੱਛੋਂ ਬੈਠੇ ਉਹ ਜਾਗਦੇ ਸੀ, ਉਹਨਾਂ ਨੇ ਕੁਛ ਇਸ਼ਾਰਾ ਕੀਤਾ ਹੋਏਗਾ। ਦੇਖ ਗੱਡੀ ਵੀ ਜੋ ਮੌਕੇ 'ਤੇ ਸਾਰਿਆਂ ਨੂੰ ਪਤਾ ਕੋਈ ਜ਼ਿਆਦਾ ਸਪੀਡ ਨਹੀਂ ਸੀ ਅਤੇ ਨੋਰਮਲ ਸਪੀਡ 'ਤੇ ਸੀਗੀ। ਉਹ ਜਦੋਂ ਉਹਨਾਂ ਨੇ ਮੈਨੂੰ ਕਿਤੇ ਇਸ਼ਾਰਾ ਕੀਤਾ, ਜਦੋਂ ਸ਼ਾਇਦ ਮੇਰੀ ਅੱਖ ਖੁੱਲ੍ਹੀ, ਮੈਨੂੰ ਦੇਖਿਆ ਮੈਂ ਟਰਾਲਾ ਮਤਲਬ ਹੈ ਕਿ ਉਹ ਵੀ ਵੱਜੇਗੀ ਇੱਥੇ ਵਿੱਚ। ਉਹ ਮੈਂ ਗੱਡੀ ਟਰਨ ਕੀਤੀ, ਜੋ ਰਸਤਾ ਸੀਗਾ ਨਿਕਲਣ ਨੂੰ, ਉਹ ਲੈਫਟ ਸਾਈਡ ਗੱਡੀ ਜੀ ਟਰਾਲੇ ਦੇ ਨਾਲ ਹਿੱਟ ਹੋ ਗਈ। ਅਤੇ ਅੱਜ ਕਿਸੇ ਵੇਲੇ ਜਾਂ ਉਸ ਟਾਈਮ ਤੋਂ ਮਹਿਸੂਸ ਹੁੰਦਾ ਵੀ ਜੇ ਫਾਦਰ ਸਾਹਿਬ ਸ਼ਾਇਦ ਨਾ ਮੈਨੂੰ ਹਿਲਾਉਂਦੇ ਪਿੱਛੋਂ ਜਾਂ ਥੋੜ੍ਹੀ ਜਿਹੀ ਆਵਾਜ਼ ਨਾ ਮਾਰਦੇ, ਸ਼ਾਇਦ ਪੂਰੀ ਦੀ ਪੂਰੀ ਗੱਡੀ ਉਹ ਟਰਾਲਾ ਉੱਚਾ ਸੀ ਜਾਂ ਕਿ ਥੱਲੇ ਚਲੇ ਜਾਂਦੀ।
बस वो उत्थे ये इंसीडेंट वापरिया मौके ते शायद फादर तो इलावा सारे असी ये भी बेहोश मतलब सट्टां लगियां ते देख ही रहे हो तुसीं सारा मदर दे भी काफ़ी सट्टां लगियां सी मैं भी शायद बेहोश उस टाइम हो गया सी कुदरती बाई चांस साडे पिछे मेरे कज़न से भाभी जी सीगे उन्हां दी गड्डी आ रही सी उन्होंने सानू देखा भी अगे गड्डी साडी एक्सीडेंट होया तो बस उन्होंने गड्डी च पाया मैनू वो नहीं पता किस तरह पाया उन्होंने किस तरह बस मैनू ये जदों चंडीगढ़ गड्डी एंटर की है उदों मैनू चंडीगढ़ दीयां लाइटां जदों मैं अगे मैनू बिठाता मेरे कोल ही गोदी च उन्होंने इनू पाता मेरे कोल पाया जां एग्जैक्टली पिछे सी मेरा ख्याल शायद भाभी जी दे कोल सी मैनू अगे मैं बैठा पाता तो मैं जदों उथों बेहोशी च देखदा चंडीगढ़ दीयां लाइटां शायद बत्रा थिएटर दे कोलों दे निकले वो मैनू थोड़ा जिहा इंसीडेंस याद आया PGI पहुँचे उन्होंने PGI पहुँचाया PGI पहुँच के एमरजेंसी गए मैनू तां घंटे दे विच होश आ गया सी कि मेरे इत्थे 2-3 टांके ही लगे सी बस थोड़े जिहे उस टाइम मैनू याद मैं तो होश आ गया सी 2-3 घंटे पर इन्हां दे सट्टां काफ़ी ज़्यादा होने करके एमरजेंसी इन्हां दा उस रात नूं ऑपरेशन शायद कर दिता गया सी ते मदर दे भी सट्टां काफ़ी सी उन्हां दे भी ये चीज़ उदों मतलब वापरी उस दिन का हादसा का टाइम यह सानू कि ऐतवार मैरिज सोमवार रिसैप्शन तो नैक्सट ईवनिंग असी PGI दे विच उस तो बाद जिवें मतलब मोस्टली अपने परिवारां च हुंदा उदों 1993 का वक्त अज तो 30 वरे पहलां दा तकरीबन सी है ना ਹੁਣ तक भी ਜਿਹੜੇ ਸਾਡੇ परिवार ने ਆਪਾਂ जिन्ने मर्जी पढ़ लिख के हैं पर ਜਦੋਂ ਵਿਆਹਾਂ ਤੋਂ ਇੱਕਦਮ ਬਾਅਦ ਪਰਿਵਾਰਾਂ 'ਚ ਹਾਦਸੇ ਹੁੰਦੇ ਤਾਂ ਤੁਸੀਂ ਚਾਹੇ ਸਾਹਮਣੇ ਨਹੀਂ ਸੁਣੋਗੇ ਪਰ ਮਤਲਬ ਲੋਕੀ ਤੁਹਾਡੀ ਪਿੱਠ ਪਿੱਛੇ ਗੱਲਾਂ ਕਰਨ ਲੱਗ ਜਾਂਦੇ ਵੀ ਪਤਾ ਨਹੀਂ ਘਰ 'ਚ ਕਿਵੇਂ ਦੀ ਕੁੜੀ ਆਈ ਹੈ ਨਾ ਇਹ ਚੀਜ਼ਾਂ ਜਿਹੜੀਆਂ ਨਾਰਮਲ ਨੇ ਹੁਣ ਮਤਲਬ ਗੱਲਾਂ ਲੋਕਾਂ ਲਈ ਤਾਂ ਉਸ ਤੋਂ ਬਾਅਦ ਇਹ PGI ਰਹੇ 1 ਮਹੀਨਾ ਜਾਂ 1.5 ਮਹੀਨਾ ਜਿੰਨਾ ਸਮਾਂ ਵੀ ਇਹਨਾਂ ਦਾ ਟ੍ਰੀਟਮੈਂਟ ਉੱਥੇ ਚੱਲਿਆ ਹੋਊਗਾ ਨਾ ਫਿਰ ਇਹਨਾਂ ਨੂੰ ਇਹਨਾਂ ਦਾ ਪਰਿਵਾਰ ਆਪਣੇ ਕੋਲ ਲੈ ਗਿਆ ਅੰਮ੍ਰਿਤਸਰ ਤਾਂ ਉਸ ਸਮੇਂ ਦੌਰਾਨ ਤੁਹਾਡੇ ਦਿਮਾਗ 'ਚ ਕੀ ਗੱਲਾਂ ਚੱਲਦੀਆਂ ਸੀ ਕਿਉਂਕਿ ਆਲੇ ਦੁਆਲੇ ਮਤਲਬ ਕਦੀ ਵੀ ਇਹ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਕਿ ਸਾਨੂੰ ਕੁਝ ਇਹੋ ਜਿਹਾ ਸੁਣਨ ਨੂੰ ਨਾ ਮਿਲੇ ਇੱਕ ਤਾਂ ਤੁਹਾਡੇ ਜਿਹੜਾ ਤੁਸੀਂ ਪੁੱਛਿਆ ਕਿ ਉਹਦੇ ਵਿੱਚ ਮੈਂ ਵੈਰੀ ਨੈਕਸਟ ਮਾਰਨਿੰਗ ਦਾ ਤੁਹਾਨੂੰ ਜੋ ਮੈਨੂੰ ਯਾਦ ਹੈ ਇੰਸੀਡੈਂਟ ਦੱਸਾਂ ਕਿ ਇਹਨਾਂ ਦੇ ਪੇਰੈਂਟਸ ਵੀ ਨੈਕਸਟ ਮਾਰਨਿੰਗ ਆ ਗਏ ਸਵੇਰੇ ਮੈਨੂੰ ਸਿਰਫ ਇੰਨਾ ਕੀ ਯਾਦ ਹੈ ਕਿ ਮੇਰੇ ਫਾਦਰ ਇਨ ਲਾ ਉਹਨਾਂ ਨੇ ਮੂੰਹੋਂ ਸ਼ਾਇਦ ਮਤਲਬ ਮੈਨੂੰ ਇੰਨੀ ਗੱਲ ਸੁਣੀ ਹੈ ਵੀ ਕੀ ਬਣੇਗਾ ਕੀ ਪਤਾ ਨਹੀਂ ਸ਼ਾਇਦ ਇਹ ਵਾਹਿਗੁਰੂ ਦੀ ਮੈਂ ਕਿਰਪਾ ਕਹਿਣਾ ਕਿ ਇੱਕ ਕਹਿ ਸਕਦਾ ਮੈਂ ਵੀ ਆਪਣੇ ਗੁਰੂਆਂ ਦੇ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦੇ ਹੋਏ ਜਿਹੜਾ ਲਾਵਾਂ ਲਈਆਂ ਜਿਹੜੀਆਂ ਤਾਂ ਮੇਰਾ ਜਵਾਬ ਸੀਗਾ ਕਿ ਮੇਰੇ ਵੱਲੋਂ ਨਾ ਘਬਰਾਓ ਮੈਂ ਉਸ चार लावा लईए बस काफ़ी सट्टां सी इन्हां दे बहुत ज़्यादा देखो ये सारा ये एक्चुअली उस दे विच सारा अपना उदों तो सानू नहीं पता लग्या बेहोशी च हुंदा बंदा सानू जिद्दां 72 घंटे जां होर 4 दिन 5 दिन च ये होश च नहीं सी आई थोड़ा थोड़ा अखां खोलण लगे सी सारा एक तो फेस सुज जांदा सारा एक लत्त ते पलस्तर लगा होया सी ICU दे विच सी 6-7 दिन तो मेरा ख्याल ICU च रहे असी सारे उदों मतलब मदर भी मेरे पिछे हस्पताल सीगे पिछे तो सानू पता ही नहीं इन्हां दियां मेरी सिस्टर इन लॉज असी सारे जाने इकट्ठे रल के उत्थे जदों बंदे सानू इन्ना पता भी इन्नू होश नहीं सी ते उदों डॉक्टर्स दा सिर्फ यही कहना सी कि हाले नहीं पता की है कि नहीं फिर भी जिस तरह ये मतलब होश आई इन्नू पछाणना शुरू करता सी थोड़ा बहुता इन्होंने तो आई थिंक जोड़ा पहले पछाणदा सी किसी वेले जिद्दां पुछदे है जो मैं सामने आया कौन है तो इन्हें कह देना भी इकबाल सिंह है तो जे इनू कुछ मैरिज का पुछना तो इन्हें कहना आप मतलब मैरिज का इनू कुछ नहीं सी याद आ रहा उस टाइम नहीं सी याद आ रहा तो डॉक्टर का कहना सीगा भी मतलब एलिमीनेट हुंदा उस टाइम शायद कोई डे बाय डे थोड़ा थोड़ा जिस तरह याद आता जो तुसी समझ सकते हो भी हालत होंदी हैगी ये उदों 6 नवंबर नूं मतलब अक्तूबर च एक्सीडेंट होया 6 नवंबर तक PGI च रहे तो
6 ਨਵੰਬਰ ਨੂੰ ਜਿੱਦਾਂ ਡਾਕਟਰ ਨੇ ਰਿਲੀਜ਼ ਕੀਤਾ, ਤੇ ਉਸ ਟਾਈਮ ਪੇਰੈਂਟਸ ਨੇ ਇਹਨਾਂ ਦੇ ਨੇ ਸ਼ਾਇਦ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜ਼ਮਾਨਾ ਕਹਿ ਲਓ, ਜੋ ਕੁਛ ਕਹਿ ਲਓ, ਹਾਲੇ 2 ਦਿਨ ਦਾ ਫੈਮਿਲੀ ਬਾਉਂਡਿੰਗ ਸੀ ਸਾਰੇ, ਮਤਲਬ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਨਾ ਫੈਮਿਲੀ ਜਾਣਦੀਆਂ ਸੀ ਨਾ ਅਸੀਂ ਜਾਣਦੇ ਸੀ। ਅਤੇ ਆਈ ਥਿੰਕ ਉਸ ਵੇਲੇ ਇੱਥੇ ਸਾਡੇ ਮਦਰ ਮੇਰੇ ਹੌਸਪੀਟਲ ਸੀਗੇ, ਕਾਫੀ ਉਹਨਾਂ ਨੂੰ ਸੱਟਾਂ ਲੱਗੀਆਂ ਸੀਗੀਆਂ। ਅਤੇ ਘਰ ਸਾਡੇ ਮੇਰੇ ਵੱਡੇ ਬ੍ਰਦਰ ਨੇ ਅਤੇ ਮੇਰੇ ਭਾਬੀ ਜੀ ਨੇ, ਅਸੀਂ 2 ਹੀ ਬ੍ਰਦਰ ਹਾਂ, ਜੁਆਇੰਟ ਫੈਮਿਲੀ 'ਚ ਸੀਗੇ ਅਸੀਂ। ਅਤੇ ਸੰਭਾਲਣ ਦਾ ਕਹਿ ਸਕਦੇ ਹੋ ਤੁਸੀਂ, ਜਾਂ ਇੱਕ ਜਿਹੜਾ ਇੱਕ ਵਾਰੀ ਜ਼ਰੂਰ ਹੁੰਦਾ ਕਿ ਵੀ ਕੌਣ ਸੰਭਾਲੇਗਾ, ਅਤੇ ਉਹ ਇਹਨੂੰ 6 ਨਵੰਬਰ ਨੂੰ ਅੰਮ੍ਰਿਤਸਰ ਆਪਣੇ ਕੋਲ ਲੈ ਗਏ ਸੀ। ਅਤੇ ਉਹਨਾਂ ਨੇ ਲੈ ਕੇ ਜਾ ਕੇ ਮੇਰੇ ਵੱਡੀ ਸਿਸਟਰ ਇਨ ਲਾਅ ਅਤੇ ਵੱਡੇ ਮੇਰੇ ਸਾਧੂ ਸਾਹਿਬ ਜਿਹੜੇ ਸਰਦਾਰ ਸੁਰਜੀਤ ਸਿੰਘ, ਜਿਨ੍ਹਾਂ ਦਾ ਮੇਰਾ ਖਿਆਲ ਹੈ ਕਹਿ ਹੀ ਨਹੀਂ ਸਕਦੇ ਅਸੀਂ ਕਿ ਉਹਨਾਂ ਨੇ ਉਸ ਤਰ੍ਹਾਂ ਮੇਰੇ ਫਾਦਰ ਲਾ ਦੇ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਤਾਂ 28 ਸਾਲ ਦੀ ਜ਼ਿੰਦਗੀ 'ਚ ਦੇਖਿਆ ਕਿ ਸ਼ਾਇਦ ਮੇਰੇ ਫਾਦਰ ਸਾਹਿਬ ਦੀ 4 ਬੇਟੀਆਂ ਸੀ, ਇਹ ਤੀਸਰੇ ਨੰਬਰ 'ਤੇ, ਸ਼ਾਇਦ ਉਹਨਾਂ ਨੇ ਬੇਟੇ ਬਣ ਕੇ ਸਾਰੀ ਉਮਰ ਅੱਜ ਤੱਕ ਮੈਂ ਦੇਖਿਆ ਵੀ ਉਹਨਾਂ ਦਾ ਨਿਭਾਇਆ। ਅਤੇ ਸ਼ਾਇਦ ਉਸੇ ਰਸਤੇ ਪਰਮਾਤਮਾ ਨੇ ਸਾਨੂੰ ਚੱਲਣ ਦਾ ਹਿੰਮਤ ਬਖਸ਼ੀ। ਉਸ ਵਕਤ ਤੁਹਾਡੇ ਮਤਲਬ ਦਿਮਾਗ 'ਚ ਇਹ ਚੀਜ਼ ਸੀ ਵੀ ਚਾਹੇ ਕੁਛ ਵੀ ਹੋ ਜਾਵੇ, ਹੈ ਨਾ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਕੰਡੀਸ਼ਨ ਤਾਂ ਇਹਨਾਂ ਦੀ ਦੇਖੀ ਨਹੀਂ ਹੋਣੀ ਕਿ ਮੈਂ ਨਿਭਾਉਣਾ ਜੋ ਮਰਜ਼ੀ ਹੋ ਜਾਵੇ, ਇਹ ਚੀਜ਼ ਮਨੋਂ ਹੀ ਸੀ, ਜਾਂ ਫਿਰ ਮਤਲਬ ਕਈ ਵਾਰੀ ਇਹ ਹੁੰਦਾ ਕਿ ਨਹੀਂ ਪਰਿਵਾਰ ਦਾ ਇੱਕ ਰੁਤਬਾ, ਪਰਿਵਾਰ ਬਾਰੇ ਲੋਕ ਕੀ ਸੋਚਣਗੇ? ਐਸੀ ਕੋਈ ਗੱਲ ਦੇਖੋ, ਪਰਿਵਾਰ 'ਚ ਜਿੱਥੇ ਤੱਕ ਮੈਨੂੰ ਯਾਦ ਹੈ ਸਾਡੇ ਪਰਿਵਾਰ ਦੇ ਅੰਦਰੋਂ ਨਹੀਂ ਕੋਈ ਕਦੀ ਇਸੇ ਤਰ੍ਹਾਂ ਦੀ ਮੈਂ ਆਵਾਜ਼ 28 ਸਾਲ ਦੀ ਲਾਈਫ 'ਚ ਮੈਂ ਕਹਿ ਸਕਦਾ। ਸਾਡੇ ਜਿਹੜੇ ਫੈਮਿਲੀ ਮੈਂਬਰ ਮੈਂ ਕਹਿ ਸਕਦਾ, ਭਾਈ ਸਾਹਿਬ, ਮੇਰੇ ਵੱਡੇ ਬ੍ਰਦਰ ਮਤਲਬ ਭਾਬੀ ਜੀ, ਫਾਦਰ, ਜੋ ਅਸੀਂ ਫਸਟ ਫੈਮਿਲੀ ਕਹਿ ਲਈਏ, ਇਹਦੇ ਵਿੱਚੋਂ ਮੈਂ ਨਹੀਂ 28 ਸਾਲ ਦੇ ਵਕਫੇ 'ਚ ਕਦੀ ਇੰਟਰਨਲ ਮਤਲਬ ਕਿਤੇ ਇਹਨਾਂ ਦੇ ਜਾਣ ਤੋਂ ਜਾਂ ਇੱਥੇ ਬੈਠ ਕੇ ਪਿੱਛੋਂ ਵੀ ਕਦੀ ਗੱਲ ਹੋਈ ਹੋਵੇ ਸਾਡੇ ਆਪਣੇ ਫੈਮਿਲੀ ਮੈਂਬਰਾਂ 'ਚ ਵੀ ਇਹ ਕੀ ਹੋਇਆ ਜਾਂ ਇੱਦਾਂ, ਜੋ ਤੁਸੀਂ ਪਹਿਲੇ ਕੁਐਸਚਨ ਪੁੱਛਿਆ ਵੀ, ਹਾਂ ਕਦੀ ਮੇਰਾ ਖਿਆਲ ਮੇਰਾ ਨਹੀਂ ਆਇਆ ਇਸ ਤਰ੍ਹਾਂ ਦੀ ਆਵਾਜ਼ ਨਹੀਂ, ਪਰ ਬਾਹਰੋਂ ਜ਼ਰੂਰ ਕੁਛ ਥੋੜ੍ਹਾ ਬਹੁਤਾ ਸੁਣਦੇ ਰਹੇ ਜਿੱਦਾਂ ਕਿ, ਬਟ ਇਹ ਵੀ ਮੈਂ ਮਹਿਸੂਸ ਕੀਤਾ ਇਸ ਜ਼ਿੰਦਗੀ 'ਚ ਜਦੋਂ ਤੁਹਾਡੇ ਦਿਲ 'ਚ ਨਾ ਹੋਵੇ ਤਾਂ ਬਾਹਰੋਂ ਜੋ ਫਿਰ ਬੰਦਾ ਜੋ ਮਰਜ਼ੀ ਬੋਲੀ ਜਾਏ, ਤਾਂ ਮੇਰਾ ਖਿਆਲ ਆ ਉਹ ਤੁਹਾਡੇ ਅੰਦਰ ਘਰ ਨਹੀਂ ਕਰ ਸਕਦੀਆਂ ਚੀਜ਼ਾਂ। ਅਤੇ ਇਹ ਚੀਜ਼ ਫੇਸ ਕੀਤੀ ਹੈ। ਉਹ ਬਸ ਇੱਕ ਵਿਸ਼ਵਾਸ ਸੀ ਕਿ ਇੱਕ ਵਾਹਿਗੁਰੂ ਇਹ ਵਿਆਹ ਦਾ ਬੰਧਨ ਜਿਹੜਾ ਹੁੰਦਾ ਹੈ, ਇੱਕ 4 ਲਾਵਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜਦੋਂ ਅਸੀਂ ਲੈਂਦੇ ਹਾਂ, ਅਤੇ ਫਿਰ ਬਸ ਉਹੀ ਸ਼ਰਧਾ ਕਹਿ ਲਓ, ਉਹੀ ਕਰਵਾਉਣ ਵਾਲੇ ਕਹਿ ਲਓ। ਬਿਲਕੁਲ, ਜੇ ਮਤਲਬ ਇਸ ਹਾਦਸੇ ਦੀ ਜੇ ਜਗ੍ਹਾ ਬਦਲ ਕੇ ਦੇਖੀ ਜਾਵੇ, ਹੈ ਨਾ, ਉਹ ਜੋ ਚੀਜ਼ ਇਹਨਾਂ ਨੇ ਫਿਜ਼ੀਕਲੀ ਹੰਢਾਈ ਆ ਉਹ ਤੁਹਾਡੇ ਨਾਲ ਵੀ ਹੋ ਸਕਦੀ ਸੀ, ਹੈ ਨਾ, ਮਤਲਬ ਫਿਰ ਵੀ ਇੱਕ ਔਰਤ ਤੋਂ ਤਾਂ ਅਸੀਂ ਬਿਨਾਂ ਸੋਚੇ ਸਮਝੇ ਇਹ ਉਮੀਦ ਕਰਦੇ ਹੁੰਦੇ ਹਾਂ ਕਿ ਨਹੀਂ ਉਹਨੂੰ ਨਿਭਾਉਣੀ ਚਾਹੀਦੀ ਆ, ਪਰ ਮਤਲਬ ਬੰਦਿਆਂ ਵੱਲੋਂ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਆ, ਅਤੇ ਉਹ ਚੀਜ਼ ਮਤਲਬ ਤੁਹਾਡੇ ਅੰਦਰ ਇੰਨੀ ਸ਼ਿੱਦਤ ਆ ਤਾਂ ਉਹ ਰਿਸ਼ਤੇ ਨੂੰ ਹੋਰ ਖੂਬਸੂਰਤ ਬਣਾ ਲੈਂਦੀ। ਪੇਰੈਂਟਸ ਤੋਂ ਹੀ ਇਹ ਚੀਜ਼ ਗਿਆਨ ਆਉਂਦਾ, ਫੈਮਿਲੀ 'ਚੋਂ ਹੀ ਹੁੰਦਾ। ਮੈਨੂੰ ਯਾਦ ਹੈ ਬਈ ਇਹਨਾਂ ਦੇ ਜਿਹੜਾ 6 ਨਵੰਬਰ ਨੂੰ ਇਹ ਤਾਂ ਅੰਮ੍ਰਿਤਸਰ ਚਲੇ ਗਏ, ਲੇਕਿਨ ਉਸ ਤੋਂ ਬਾਅਦ PGI ਤੋਂ ਛੁੱਟੀ ਮਿਲਣ ਤੋਂ ਬਾਅਦ ਮਦਰ ਵੀ ਮੇਰੇ ਸੱਟਾਂ ਕਾਫੀ ਲੱਗੀਆਂ ਸੀ, ਸਿਰ ਦੀ ਸੱਟ, ਹੈਡ ਇੰਜਰੀ ਸੀਗੀ, ਆਈ ਸਾਈਟ ਉਹਨਾਂ ਦੀ ਇੱਕ ਪੂਰਾ ਕਾਰ ਦਾ ਪਿਛਲਾ ਲੋਕ ਜਿਹੜਾ ਵੱਜ ਗਿਆ ਸ਼ਾਇਦ ਡੈਮੇਜ ਹੋ ਗਈ ਸੀ। ਅਤੇ ਉਹ ਜਦੋਂ ਘਰ ਵੀ ਲੇਟੇ ਰਹੇ, ਜਦੋਂ ਉਦੋਂ ਪੁੱਛਦੇ ਰਹੇ ਵੀ ਹਾਂ ਸੁਖਪ੍ਰੀਤ ਕਿੱਥੇ ਹੈ, ਅਤੇ ਅਸੀਂ ਉਹਨਾਂ ਨੂੰ ਕਹਿਣਾ ਵੀ ਉਹਦੇ ਐਗਜ਼ਾਮ ਹੈ, ਪੇਪਰ ਹੈ, ਅਤੇ ਉਹ ਪੇਪਰ ਦੇਣ ਗਈ ਹੈ, ਉਹਦੇ ਪੇਪਰਾਂ ਕਰਕੇ ਉੱਥੇ ਚਲੀ ਗਈ। ਸ਼ਾਇਦ ਅੰਦਰੋਂ ਉਹ ਜਾਣਦੇ ਸੀ ਕਿ ਮੈਨੂੰ ਸੱਟਾਂ ਲੱਗੀਆਂ ਇੰਨੀਆਂ, ਅਤੇ ਸ਼ਾਇਦ ਉਹਨੂੰ ਵੀ ਕਿੰਨੀਆਂ ਲੱਗੀਆਂ ਹੋਣਗੀਆਂ, ਪਰ ਉਹਨਾਂ ਨੇ ਕਦੀ ਮੈਂ ਜਿਹੜਾ ਮਤਲਬ ਘਰ ਵੀ ਆ ਕੇ ਜਦੋਂ ਗੱਲਾਂ ਹੁੰਦੀਆਂ ਸੀ ਕਦੀ ਉਹ ਨਹੀਂ ਸੁਣਿਆ ਵੀ ਉਹਨਾਂ ਨੇ ਕਦੀ ਕੁਛ ਥੋੜ੍ਹਾ ਬਹੁਤਾ ਵੀ ਕੋਈ ਇਹੋ ਜਿਹਾ ਲਫ਼ਜ਼ ਯੂਜ਼ ਹੋਇਆ। ਅਤੇ ਬਸ ਮੈਨੂੰ ਇੰਨਾ ਕਹਿੰਦੇ ਹੁੰਦੇ ਸੀ ਕਿ ਬਿੱਟੂ ਆਪਾਂ ਹੁਣ ਅੱਗੇ ਤੋਂ ਅੰਮ੍ਰਿਤਸਰ ਜਾਇਆ ਕਰਨਾ, ਆਪਾਂ ਕਾਰ 'ਤੇ ਨਹੀਂ ਜਾਇਆ ਕਰਨਾ, ਬੱਸ 'ਤੇ ਜਾਇਆ ਕਰਾਂਗੇ, ਅਤੇ ਕਾਰ 'ਤੇ ਨਹੀਂ ਜਾਇਆ ਕਰਨਾ, ਕਿਉਂਕਿ ਐਕਸੀਡੈਂਟ ਕਾਰ ਦਾ ਹੋਇਆ ਸੀ। ਅਤੇ ਹਾਂ, ਅਤੇ ਉਹਨਾਂ ਦੀ 1 ਦਸੰਬਰ ਨੂੰ ਡੈਥ ਹੋ ਗਈ ਸੀ, ਐਗਜ਼ੈਕਟਲੀ 40 ਕੁ ਦਿਨ ਦੇ ਬਾਅਦ, 41 ਦਿਨਾਂ ਦੇ ਬਾਅਦ ਉਹ ਆਪਣਾ ਡੈਥ ਹੋ ਗਈ ਸੀ ਉਹਨਾਂ ਦੀ।
ਫਿਰ ਵੀ ਇਹ ਸਾਰਾ ਫੇਸ ਵਾਪਰਿਆ। ਇਹ 6 ਨਵੰਬਰ 1993 ਨੂੰ ਇਹਨਾਂ ਨੂੰ ਮੇਰੇ ਆਪਣਾ ਫਾਦਰ ਇਨ ਲਾ ਹੋਣੀ ਆਪਣੇ ਉੱਥੇ ਅੰਮ੍ਰਿਤਸਰ ਲੈ ਕੇ ਜਾਂਦੇ ਆ। ਅਤੇ ਮੈਨੂੰ ਯਾਦ ਹੈ ਕਿ 6 ਨਵੰਬਰ 1994 ਨੂੰ ਹੀ ਇਹ ਘਰ ਵਾਪਸ ਆਉਂਦੀ ਹੈ। ਪੂਰਾ 1 ਸਾਲ ਇਹ ਉੱਥੇ ਮੇਰੇ ਫਾਦਰ ਇਨ ਲਾ, ਮੇਰੇ ਵੱਡੇ, ਮੈਂ ਸਾਡੂ ਸਾਹਿਬ ਤਾਂ ਨਹੀਂ ਕਹੂੰਗਾ, ਮੈਂ ਤਾਂ ਵੱਡੇ ਭਰਾ ਹੀ ਕਹੂੰ। ਮੈਮ 1 ਸਾਲ ਤੁਸੀਂ ਰਹੇ ਆਪਣੇ ਪੇਕੇ ਘਰ, ਹੈ ਨਾ? ਜਿਵੇਂ ਸ਼ੁਰੂਆਤ 'ਚ ਜਦੋਂ ਆਪਾਂ ਆਏ ਸੀ, ਤੁਸੀਂ ਗੱਲ ਕਰਦੇ ਸੀ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਨਹੀਂ ਸੀਗੀਆਂ, ਹੈ ਨਾ? ਕਈ ਵਾਰੀ ਇਹੋ ਜਿਹਾ ਟਾਈਮ ਵੀ ਆਇਆ ਵੀ ਤੁਸੀਂ ਆਪਣੇ ਮਾਂ ਪਿਓ ਨੂੰ ਵੀ ਨਹੀਂ ਪਹਿਚਾਣਿਆ। ਤਾਂ ਸਰ ਜਦੋਂ ਜਾਂਦੇ ਸੀ ਤੁਹਾਨੂੰ ਮਿਲਣ, ਮਤਲਬ ਉਸ ਵਕਤ ਤੁਹਾਡੇ ਦਿਮਾਗ 'ਚ ਕੀ ਚੱਲਦਾ ਹੁੰਦਾ ਸੀਗਾ? ਵੀ ਉਹ ਜਿਵੇਂ ਆਪਾਂ ਕਹੀਏ ਵੀ ਰਿਸ਼ਤੇ ਨਾਲ ਮੋਹ ਤਾਂ ਤੁਹਾਡਾ ਉਦੋਂ ਹੀ ਪੈਂਦਾ ਜਦੋਂ ਤੁਸੀਂ ਲੰਮਾ ਵਕਤ ਉਹਨਾਂ ਨਾਲ ਗੁਜ਼ਾਰਿਆ ਹੋਵੇ, ਹੈ ਨਾ? ਅਜੇ ਦਿਨ ਵੀ 3 ਹੋਏ ਸੀ ਤੁਹਾਡੇ ਵਿਆਹ ਨੂੰ। ਤਾਂ ਉਹ 1 ਸਾਲ ਵਾਲੀ ਸਥਿਤੀ ਤੁਹਾਡੇ ਲਈ ਕਿਵੇਂ ਦੀ ਸੀਗੀ? ਪਹਿਲੀਆਂ ਗੱਲਾਂ ਤਾਂ ਮੈਨੂੰ ਕੁਛ ਯਾਦ ਨਹੀਂ ਹੈ। ਮਤਲਬ ਮੈਨੂੰ ਮੰਮੀ ਡੈਡੀ, ਮੇਰੀਆਂ ਸਿਸਟਰਸ ਹੀ ਦੱਸੀਆਂ ਕਿ ਮੈਂ ਕਿਸੇ ਨੂੰ ਨਹੀਂ ਸੀ ਪਛਾਣਦੀ। ਕੋਈ ਚੀਜ਼ ਵੀ ਖਾਣ ਨੂੰ ਦਿੰਦੇ ਸੀ, ਇਹਦੇ ਆਪਣੇ ਪੇਰੈਂਟਸ ਜਿਹੜੇ ਮਤਲਬ ਉਹਨਾਂ ਨੇ ਸਾਂਭਿਆ, ਔਰ ਜਿਸ ਤਰ੍ਹਾਂ ਸਾਂਭਿਆ ਪਤਾ ਨਹੀਂ ਕਿਸ ਤਰ੍ਹਾਂ ਸਾਂਭਿਆ ਉਹਨਾਂ, ਲੇਕਿਨ ਉਹਨਾਂ ਨੇ ਕਦੀ ਕਿਸੇ ਤੋਂ ਚੀਜ਼ ਤੋਂ ਨਾ ਨਹੀਂ ਕੀਤੀ। ਮੈਂ ਕਦੀ ਮੰਮੀ ਡੈਡੀ ਨੂੰ ਨਹੀਂ ਪਛਾਣਾਂਗੀ ਤੇ ਇਹਨਾਂ ਨੂੰ ਕਿਸ ਤਰ੍ਹਾਂ ਪਛਾਣ ਲਵਾਂਗੀ? ਵੈਸੇ ਇਹਨਾਂ ਨੂੰ ਇੰਨਾ ਯਾਦ ਸੀਗਾ ਕਿ ਸਾਡੀ ਮੈਰਿਜ ਆਉਣੀ ਹੈ ਇਕਬਾਲ ਨਾਲ, ਜਾਂ ਕਿਸ ਤਰ੍ਹਾਂ ਕੀ ਹੈ। ਮੈਂ ਬਸ ਇੰਨਾ ਕੁ ਜਾਣਦੀ ਸੀ ਕਿ ਹਾਂ, ਅਦਰਵਾਈਜ਼ ਮੈਨੂੰ ਉਹ ਮੈਰਿਜ ਵਾਲੇ ਦਿਨ ਅੱਜ ਤੱਕ ਨਹੀਂ ਯਾਦ ਆਏ। ਅੱਛਾ ਜੀ। ਮੈਰਿਜ ਰਿਸੈਪਸ਼ਨ ਮੈਨੂੰ ਕੁਛ ਯਾਦ ਆਉਂਦਾ ਹੈ, ਸਨੈਪਸ ਦੇਖ ਕੇ ਫਿਰ ਕੁਛ ਯਾਦ ਆਉਂਦਾ ਹੈ। ਅਦਰਵਾਈਜ਼ ਉਸ ਤਰ੍ਹਾਂ ਮੈਂ ਫਰੈਂਕਲੀ ਕਹਾਂ ਕਿ ਮੈਂ ਜੇ ਸੱਚ ਬੋਲਾਂ ਤਾਂ ਮੈਨੂੰ ਅੱਜ ਤੱਕ ਨਹੀਂ ਯਾਦ ਆਇਆ। ਇਹ ਜਦੋਂ ਤੁਹਾਨੂੰ ਮਿਲਣ ਆਉਂਦੇ ਸੀ ਤਾਂ ਉਸ ਵਕਤ ਫਿਰ ਤੁਹਾਨੂੰ ਕਿਵੇਂ ਦੀ ਫੀਲਿੰਗ ਆਉਂਦੀ ਸੀਗੀ? ਪਹਿਲਾਂ ਤੇ ਸੌਰੀ ਮੈਨੂੰ ਕੁਛ ਯਾਦ ਨਹੀਂ ਹੈਗਾ। ਅੱਛਾ, ਇਹੀ ਦੱਸ ਸਕਦੇ ਆ ਕਿ ਮੈਂ ਕੀ ਕਰਦੀ ਸੀ ਤੇ ਕੀ ਨਹੀਂ ਸੀ ਕਰਦੀ, ਪੱਲਾ ਨਹੀਂ ਸੀ ਮੈਂ ਜਾਣਦੀ। ਇਹਦਾ ਐਕਸੀਡੈਂਟ ਸਾਡਾ ਹੋਇਆ ਜਦੋਂ, ਉਦੋਂ ਮੈਨੂੰ ਯਾਦ ਹੈ ਕਿ ਸਾਨੂੰ PGI ਡਾਕਟਰਸ ਨੇ, ਜਾਂ ਜਿਸ ਤਰ੍ਹਾਂ ਅਸੀਂ ਕੰਸਲਟ ਕਰਦੇ ਸੀ, ਡਾਕਟਰਸ ਨੇ ਕਿਹਾ ਸੀ ਕਿ ਇਹ ਜਿਹੜੀ ਸਿਰ ਦੀ ਸੱਟ ਹੈ, ਕਾਫੀ ਮੇਜਰ ਸਿਰ ਦੀ ਸੱਟ ਹੈਗੀ ਹੈ, ਇਹਨਾਂ ਦਾ ਸੁਭਾਅ ਚੇਂਜ ਹੁੰਦਾ ਰਹੇਗਾ। ਅਤੇ ਇਹਦੇ ਵਿੱਚ ਇਸ ਨੂੰ ਕਰਨ ਲਈ, ਮਤਲਬ ਠੀਕ ਕਰਨ ਲਈ ਸਭ ਤੋਂ ਵੱਡਾ ਪਾਰਟ ਫੈਮਿਲੀ ਦਾ ਹੁੰਦਾ, ਨੀਅਰ ਐਂਡ ਡੀਅਰਸ ਹੁੰਦਾ, ਜਿਹੜਾ ਮਤਲਬ ਕੀ ਹੈ ਕਿ ਚੇਂਜ ਆਉਣਗੇ, ਬਰਦਾਸ਼ਤ ਮਤਲਬ ਕਹਿ ਲਓ, ਜਾਂ ਕਹਿ ਲਓ ਵੀ ਟੈਕਲ ਜਿਹੜਾ ਹੈ ਤੁਸੀਂ ਕਰਨਾ। ਮੇਰਾ ਖਿਆਲ ਸ਼ਾਇਦ ਮੈਨੂੰ ਉਹਨਾਂ ਨੇ ਕਿਹਾ ਵੀ ਸਭ ਤੋਂ ਵੱਡਾ ਤੁਹਾਨੂੰ ਮਤਲਬ ਇਹ ਦੇਖਣਾ ਪਏਗਾ। ਬਸ ਦਿਲ 'ਚ ਸੀਗਾ ਕਿ ਵੀ ਨਹੀਂ ਕੋਈ ਗੱਲ ਨਹੀਂ, ਇੱਕ ਪਤਾ ਸੀ, ਇੱਕ ਸ਼ਾਇਦ ਇਹ ਵੀ ਸੀ ਮਹਿਸੂਸ ਵੀ, ਜਾਂ ਕਹਿ ਸਕਦੇ ਹੋ ਵੀ ਮੈਂ ਕਹਾਂ ਵੀ ਮੈਂ ਹੀ ਕਾਰ ਚਲਾ ਰਿਹਾ ਸੀ, ਮੇਰੇ ਹੱਥੋਂ ਹੀ ਇਹ ਸਾਰੀ ਗੱਲ ਸੀ। ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ ਸੀ, ਉਹ ਸਾਰੀਆਂ ਚੀਜ਼ਾਂ ਦਾ ਕਰਕੇ ਉਸ ਪਰਮਾਤਮਾ ਦੀ ਇਨਸਾਨ ਨਹੀਂ ਕਰਨ ਜੋਗਾ। ਮੈਨੂੰ ਇਹ ਵੀ ਲੱਗਦਾ ਵੀ ਕਿਤੇ ਨਾ ਕਿਤੇ ਤੁਸੀਂ ਬਹੁਤ ਇਮੋਸ਼ਨਲ ਵੀ ਹੋ, ਹੈ ਨਾ? ਇਸ ਲਈ ਵੀ ਮਤਲਬ ਜੋ ਬੰਦਾ ਇਮੋਸ਼ਨਲ ਹੁੰਦਾ, ਮੈਨੂੰ ਲੱਗਦਾ ਵੀ ਉਹ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ, ਛੱਡਣ ਵਾਲੀ ਚੀਜ਼ ਤੋਂ। ਮੈਂ ਵੀ ਇਹੀ ਕਹਾਂਗੀ ਕਿ ਜੇ ਇਹ ਮੈਨੂੰ ਨਾ ਲੈ ਕੇ ਆਉਂਦੇ ਤੇ ਮੇਰੀ ਲਾਈਫ ਕੁਛ ਨਹੀਂ ਸੀਗੀ। ਬਿਕੋਜ਼ ਮੈਨੂੰ ਮਤਲਬ ਇਸ ਕਰਕੇ ਕਿ ਮੈਨੂੰ ਇੰਨੀਆਂ ਜ਼ਿਆਦਾ ਸੱਟਾਂ ਲੱਗ ਚੁੱਕੀਆਂ ਸੀ ਨਾ ਕਿ ਮਤਲਬ ਉਸ ਟਾਈਮ ਕਹਿਣ ਦਾ ਭਾਵ ਕੋਈ ਹੋਰ ਨਹੀਂ ਸੀ ਲੈ ਕੇ ਜਾ ਸਕਦਾ। ਮੈਂ ਸਿਰਫ ਮੇਰੇ ਮੰਮੀ ਡੈਡੀ, ਉਹਨਾਂ ਨੂੰ ਤਾਂ ਪਤਾ ਸੀ, ਲੇਕਿਨ ਮੈਨੂੰ ਡਰ ਲੱਗਦਾ ਸੀ ਕਿ ਲੇਕਿਨ ਇਹ ਆਪਣੇ ਘਰ ਲੈ ਆਏ ਨੇ ਔਰ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਤੇ ਇੰਨਾ ਜ਼ਿਆਦਾ ਮੇਰਾ ਧਿਆਨ ਰੱਖਦੇ ਆ। ਮੈਨੂੰ ਕਦੀ ਇਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਕਿ ਮੈਨੂੰ ਕੋਈ ਸੱਟ ਲੱਗੀ ਵੀ ਹੋਈ ਹੈ। ਜੇ ਮੈਂ ਫੀਲ ਕਰਾਂ ਵੀ ਨਾ ਤੇ ਇਹ ਕਹਿੰਦੇ ਨੇ ਤੇਰੇ ਵਰਗੀ ਸੋਹਣੀ ਕੁੜੀ ਮੈਨੂੰ ਕਿਤੇ ਲੱਭ ਸਕਦੀ ਹੈ। ਨਹੀਂ ਸੱਚੀ ਤੁਸੀਂ ਬਹੁਤ ਸਮਾਰਟ ਹੋ। ਮਤਲਬ ਇਹ ਨਹੀਂ ਹੁੰਦਾ ਕਿ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਦਿਲੋਂ ਬਹੁਤ ਸਮਾਰਟ ਹੋ, ਨਹੀਂ ਤੁਸੀਂ ਸ਼ਕਲ ਤੋਂ ਵੀ ਬਹੁਤ ਖੂਬਸੂਰਤ ਹੋ। ਇਹਨੂੰ ਮੈਂ ਗੱਲ ਕਰ ਰਿਹਾ ਵਿੱਚ ਆਉਂਦੀ ਹੈ ਵੀ ਇਹ ਐਕਚੁਅਲੀ ਕੀ ਹੈ ਕਿ ਮਹਿਸੂਸ ਕਰਦੀ ਸੀ ਜਦ ਸੱਟ ਲੱਗੀ ਕੀ ਹੈ ਕਿ ਵਿਆਹ ਤੋਂ ਪਹਿਲੇ ਆਪਣੇ ਆਪ ਨੂੰ ਕੰਪੇਅਰ ਕਰਦੀ ਸੀ ਵੀ ਇਹ ਮੇਰੀ ਖੂਬਸੂਰਤ ਨਹੀਂ ਹੋਈ ਹੋਣੀ। ਅਤੇ ਅਸੀਂ ਇਹਨੂੰ ਮੇਰਾ ਖਿਆਲ ਆ ਵੀ ਸ਼ਾਇਦ ਕਹਿੰਦੇ ਸੀ ਵੀ ਨਹੀਂ ਤੇਰਾ ਕੋਈ ਫਰਕ ਹੀ ਨਹੀਂ ਪਿਆ, ਤੇਰਾ ਕੋਈ ਫਰਕ, ਵਾਕਈ ਫਰਕ ਵੀ ਨਹੀਂ ਪਿਆ। ਪਹਿਲਾਂ ਇਹ ਕਾਫੀ ਖੂਬਸੂਰਤ ਸੀ ਅਤੇ ਤਾਂ ਹੀ ਸ਼ਾਇਦ ਮੇਰਾ ਖਿਆਲ ਸਾਰਾ ਰਿਸ਼ਤਾ ਵੀ ਜੁੜਦਾ ਚੀਜ਼ਾਂ ਦਾ। ਅਤੇ ਕਹਿਣ ਦਾ ਭਾਵ ਇਹ ਹੈ ਵੀ ਇਹ ਇੰਨਾ ਮਹਿਸੂਸ ਕਰਨਾ ਕਿ ਇਹ ਕਾਲਜ ਦੀ ਆਪਣੇ ਦੀ ਉੱਥੇ ਹੈੱਡ ਗਰਲ ਰਹੀ ਹੈ ਅੰਮ੍ਰਿਤਸਰ ਆਪਣੇ ਕਾਲਜ ਦੀ, ਅਤੇ ਕਾਫੀ ਐਕਟੀਵਿਟੀਜ਼ 'ਚ ਇਹਦਾ ਪਾਰਟ ਸੀਗਾ।
ਕਾਫੀ ਫੇਮਸ ਸੀ ਆਪਣਾ ਉੱਥੇ, ਮਤਲਬ ਨੀਅਰ ਐਂਡ ਡੀਅਰ ਦੇ ਵਿੱਚ। ਅਤੇ ਇਹ ਤਾਂ ਮਹਿਸੂਸ ਕਰਦੀ ਸੀ, ਮੇਰਾ ਖਿਆਲ ਫਿਰ ਇਹਨੂੰ ਕਹਿੰਦੇ ਸੀ ਵੀ ਨਹੀਂ ਤੇਰਾ, ਮੈਂ ਤਾਂ ਕਹਿੰਦਾ ਵੀ ਮਹਿਸੂਸ ਹੀ ਨਹੀਂ, ਕੋਈ ਫਰਕ ਹੀ ਨਹੀਂ ਪਿਆ ਤੈਨੂੰ। ਔਰ ਵਾਕਈ ਦੂਰੋਂ ਜਾਂ ਤੁਸੀਂ ਲਾਗੇ ਬੈਠੇ ਹੋ ਤਾਂ ਸ਼ਾਇਦ ਤੁਸੀਂ ਥੋੜ੍ਹਾ ਜਿਹਾ ਦੇਖਦੇ ਹੋ ਕਿ ਕੀ ਹੈ, ਦੂਰੋਂ ਕੋਈ ਵੀ ਮਹਿਸੂਸ ਨਹੀਂ ਕਰਦਾ, ਔਰ ਨਾ ਹੀ ਮੈਂ ਸਮਝਦਾ ਵੀ ਕੋਈ ਫਰਕ ਪਿਆ ਕੁਛ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹ ਚੀਜ਼ ਕਿਸੇ ਨੇ ਹੁਣ ਤੱਕ ਕਹੀ ਆ ਜਾਂ ਨਹੀਂ, ਮਤਲਬ ਜੇ ਤੁਹਾਡੇ ਰਿਸ਼ਤੇ 'ਚ ਛੋਟਾ ਜਿਹਾ ਇੱਕ ਹਾਦਸਾ ਨਾ ਆਉਂਦਾ ਤਾਂ ਸ਼ਾਇਦ ਮਤਲਬ ਤੁਹਾਡੀ ਖੂਬਸੂਰਤੀ ਤੁਹਾਨੂੰ ਲੱਗਿਆ ਹੋ ਕਿ ਥੋੜ੍ਹੀ ਜਿਹੀ ਚਲੀ ਗਈ, ਪਰ ਉਹਨਾਂ ਦਾ ਇੰਨਾ ਖੂਬਸੂਰਤ ਦਿਲ ਤੁਹਾਨੂੰ ਦੇਖਣ ਨੂੰ ਨਹੀਂ ਸੀ ਮਿਲਣਾ ਕਿ ਹਾਂ ਮਤਲਬ ਮੇਰੇ ਨਾਲ ਜ਼ਿੰਦਗੀ 'ਚ ਕੁਝ ਵੀ ਹੋ ਜਾਊਗਾ ਨਾ, ਕੁਝ ਵੀ ਜ਼ਿੰਦਗੀ 'ਚ ਜਾ ਕੇ ਤਾਂ ਇਹ ਮੇਰੇ ਨਾਲ ਖੜੇ ਹੋਣਗੇ ਹਮੇਸ਼ਾ ਨਾ। ਜਦ ਕਿ ਹੁਣ ਦਾ ਦੌਰ ਆ ਜਿਹੜਾ, ਅਸੀਂ ਵੀ ਆਪਣੀ ਜ਼ਿੰਦਗੀ 'ਚ ਦੇਖਦੇ ਹਾਂ, ਅਸੀਂ ਛੋਟੀ ਜਿਹੀ ਚੀਜ਼ 'ਤੇ ਤਲਖ ਹੋ ਜਾਂਦੇ ਹਾਂ, ਛੋਟੀ ਜਿਹੀ ਚੀਜ਼ 'ਤੇ ਅਸੀਂ ਇੱਕ ਦੂਜੇ ਨੂੰ ਤਲਾਕ ਦੀਆਂ ਧਮਕੀਆਂ ਦੇ ਦਿੰਦੇ ਹਾਂ, ਛੋਟੀ ਜਿਹੀ ਚੀਜ਼ 'ਤੇ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਤੇਰੇ ਨਾਲ ਨਹੀਂ ਨਿਭਾ ਸਕਦਾ ਜਾਂ ਮੈਂ ਤੇਰੇ ਨਾਲ ਨਹੀਂ ਨਿਭਾ ਸਕਦੀ, ਹੈ ਨਾ। ਅਤੇ ਮਤਲਬ ਤੁਹਾਡੀ ਜ਼ਿੰਦਗੀ 'ਚ ਤਾਂ ਐਡੀ ਵੱਡੀ ਉਦਾਹਰਣ ਆ ਜਿਹੜੀ ਦੂਜੇ ਜਦੋਂ ਵੀ ਸੁਣਨਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਨਹੀਂ ਮਤਲਬ ਵਿਆਹ ਇਹ ਹੁੰਦਾ ਅਸਲ 'ਚ, ਇੱਦਾਂ ਦਾ ਵਿਆਹ ਹੋਣਾ ਚਾਹੀਦਾ ਅਸਲ 'ਚ। ਮੈਂ ਕਦੀ ਫੀਲ ਕਰ ਵੀ ਲਵਾਂ ਨਾ ਤੇ ਫਿਰ ਮੈਨੂੰ ਗੁੱਸੇ ਹੁੰਦੇ ਨੇ। ਸਰ ਇਹਨਾਂ ਨੂੰ ਤਾਂ ਨਹੀਂ ਯਾਦ ਜਦੋਂ ਤੁਸੀਂ ਇਹਨਾਂ ਕੋਲ ਜਾਂਦੇ ਸੀ ਤਾਂ ਇਹ ਉਦੋਂ ਤੁਹਾਡੇ ਨਾਲ ਕਿਵੇਂ ਦੀਆਂ ਗੱਲਾਂ? ਇਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਇਹ ਯਾਦ ਸੀਗਾ ਕਿ ਸਾਡੀ ਮੈਰਿਜ ਹੋਣੀ ਹੈ, ਪਰ ਇਹ ਯਾਦ ਨਹੀਂ ਸੀ ਆ ਰਿਹਾ ਵੀ ਹੋ ਗਈ ਹੈ, ਠੀਕ ਹੈ ਨਾ। ਫਿਰ ਚਲੋ ਫੈਮਿਲੀ 'ਚ ਜਾਂਦੇ ਰਹੇ ਸਾਰੇ ਪਰਿਵਾਰ 'ਚ, ਫਿਰ ਸਾਰੇ ਪਰਿਵਾਰ ਨੇ ਹੌਲੀ ਹੌਲੀ ਦੱਸਿਆ, ਠੀਕ ਹੈ। ਇਹਨਾਂ ਨੂੰ ਮੇਰੇ ਮਦਰ ਦੀ ਡੈਥ ਤੱਕ ਦਾ ਮੇਰਾ ਖਿਆਲ ਸ਼ਾਇਦ ਇਹਨੂੰ ਇਲਮ ਨਹੀਂ ਸੀ ਹੋਣ ਦਿੱਤਾ ਵੀ ਉਹਨਾਂ ਦੀ ਡੈਥ ਹੋ ਗਈ, ਕਿਉਂਕਿ ਉਸ ਵੇਲੇ ਥੋੜ੍ਹਾ ਜਿਹਾ ਇਹ ਪੂਰੀ ਹੋਸ਼ ਵਿੱਚ ਹੀ ਕਹਿ ਲਓ ਨਹੀਂ ਸੀ ਕਿ ਸੁਭਾਅ ਬੜੇ ਦੱਸਿਆ ਵੀ ਜਿੱਦਾਂ ਡਾਕਟਰ ਨੇ ਚੇਂਜ ਆਏ ਅਤੇ ਗੁੱਸਾ ਬੜਾ ਚੜ੍ਹਦਾ ਸੀ, ਦਵਾਈ ਜਾਂ ਕੁਛ ਦੇਣਾ ਅਲੱਗ ਅਲੱਗ। ਈਵਨ ਮੇਰੇ ਮਤਲਬ ਫਾਦਰ ਇਨ ਲਾ ਨੇ ਆਪਣਾ ਘਰ ਹੁੰਦੇ ਹੋਏ ਉੱਥੇ ਕਿਰਾਏ 'ਤੇ ਰਹੇ ਹਾਂ ਲਛਮਣ ਚੌਂਕ 'ਚ, ਉਹਨਾਂ ਨੇ ਇੱਕ ਆਪਣਾ ਬਾਹਰ ਕਲੋਨੀ 'ਚ ਇੱਕ ਵੱਖਰਾ ਘਰ ਲੈ ਕੇ 3-4 ਮਹੀਨੇ ਮੇਰਾ ਖਿਆਲ ਉੱਥੇ ਰਿਹਾ, ਵੀ ਖੁੱਲ੍ਹੇ ਵੱਡੇ ਮਕਾਨ 'ਚ ਰੱਖਿਆ ਉਹਨਾਂ ਨੇ, ਕਿਰਾਏ 'ਤੇ ਰਿਹਾ ਆਪਣਾ ਘਰ ਹੁੰਦੇ ਹੋਏ ਉੱਥੇ। ਅਤੇ ਸਿਰਫ ਇਹਨਾਂ ਦੀ ਇਹ ਕਰਕੇ ਵੀ ਅੱਛਾ ਟਰੀਟਮੈਂਟ, ਅੱਛਾ ਸਾਰਾ ਕੁਛ ਹੋਵੇ। ਮੈਂ ਤਾਂ ਇਹ ਕਹਿ ਸਕਦਾ ਵੀ ਮੇਰਾ ਆਪਣਾ ਪਰਿਵਾਰ ਅਤੇ ਪਲੱਸ ਇੱਧਰੋਂ ਜਿਹੜਾ ਸਾਰਾ ਪਰਿਵਾਰ ਇਹਨਾਂ ਦੇ ਸਿਸਟਰਸ ਅਤੇ ਫਾਦਰ ਨਾਲ ਸਾਰਿਆਂ ਦੀ ਇਹ ਮਤਲਬ ਕਹਿ ਲਓ ਵੀ ਰਲ ਕੇ ਜਿਹੜੀ ਇੱਕ ਹੈ ਵੀ ਇਹੋ ਜਿਹਾ ਕੋਈ ਪੁਆਇੰਟ ਆਇਆ ਨਹੀਂ ਕਿ ਕਦੀ ਕੋਈ ਗੱਲ ਵੀ ਹੋਈ ਹੋਵੇ। ਬਸ ਮੇਰੀਆਂ ਸਿਸਟਰਸ, ਮੇਰੇ ਬ੍ਰਦਰ ਇਨ ਲਾਜ਼ ਇੰਨੇ ਅੱਛੇ ਨੇ, ਇੰਨੇ ਜ਼ਿਆਦਾ ਅੱਛੇ ਨੇ ਕਿ ਮੈਂ ਉਹਨਾਂ ਦੀ ਤਾਰੀਫ ਕਰ ਵੀ ਨਹੀਂ ਸਕਦੀ, ਕਿਉਂਕਿ ਉਹਨਾਂ ਵਾਸਤੇ ਤਾਰੀਫ ਨਹੀਂ ਕਰ ਸਕਦੀ। ਉਹਨਾਂ ਵਾਸਤੇ ਮੈਂ ਹੀ ਹੱਥ ਜੋੜਨੀ ਕਿ ਪਰਮਾਤਮਾ ਉਹਨਾਂ ਨੂੰ ਕਦੀ ਪ੍ਰੋਬਲਮ 'ਚ ਨਾ ਪਾਵੇ, ਕਿਉਂਕਿ ਜਦੋਂ ਮੇਰਾ ਇੱਥੋਂ ਮੈਂ ਗਈ ਹਾਂ ਅਤੇ ਮੈਂ ਆਪਣੀ ਦੀਦੀ ਵੱਲ ਰਹੀ ਹਾਂ, ਵੀਰ ਜੀ ਕਹਿੰਦੀ ਹਾਂ ਮੈਂ ਉਹਨਾਂ ਨੂੰ, ਮੇਰਾ ਵੱਡਾ ਜੀਜਾ ਨਾ ਜਿਹੜਾ, ਉਹਨਾਂ ਨੂੰ ਮੈਂ ਵੀਰ ਜੀ ਕਹਿੰਦੀ ਹਾਂ। ਉਹਨਾਂ ਨੇ ਆਪਣੇ ਘਰ ਰੱਖਿਆ ਪਹਿਲਾਂ ਆਪਣੀ ਦੀਦੀ ਦੇ ਘਰ ਰਹੀ ਹਾਂ ਮੈਂ, ਪਰ ਮੈਨੂੰ ਇਹ ਨਹੀਂ ਯਾਦ ਕਿ ਕਿੰਨਾ ਚਿਰ ਰਹੀ ਹਾਂ, ਕਿੰਨਾ ਚਿਰ, 3-4 ਮਹੀਨੇ ਹਾਂਜੀ ਉੱਥੇ ਰਹੀ। ਦੀਦੀ ਨੇ ਆਪਣੇ ਘਰ ਰੱਖਿਆ ਸੀਗਾ, ਦੀਦੀ ਦੇ ਘਰ ਰਹਿੰਦੀ ਰਹੀ ਹਾਂ। ਫਿਰ ਡੈਡੀ ਕਹਿੰਦੇ ਵੀ ਤੈਨੂੰ ਮੁਸ਼ਕਿਲ 'ਚ ਕਿਉਂ ਪਾਉਣਾ, ਫਿਰ ਡੈਡੀ ਜੀ ਨੇ ਕਿਰਾਏ 'ਤੇ ਘਰ ਲਿਆ, ਫਿਰ ਮੈਨੂੰ ਉੱਥੇ ਲੈ ਗਏ। ਮੈਨੂੰ ਇੰਨਾ ਯਾਦ ਹੈ, ਪਰ ਮੈਨੂੰ ਦੀਦੀ ਦੇ ਘਰ ਦੀ ਗੱਲ ਕੋਈ ਯਾਦ ਨਹੀਂ ਹੈਗੀ, ਕੁਛ ਨਹੀਂ ਯਾਦ ਹੈਗਾ ਮੈਨੂੰ। ਹਾਂ ਜਦੋਂ ਕਿਰਾਏ ਵਾਲੇ ਘਰ 'ਚ ਆ ਗਏ ਉਹ ਮੈਨੂੰ ਯਾਦ ਹੈ। ਹਾਂ ਉੱਥੇ ਥੋੜ੍ਹਾ ਜਿਹਾ ਕਾਫੀ ਹੋਸ਼ ਮਤਲਬ ਆ ਗਿਆ ਸੀ, ਮੈਨੂੰ ਕਾਫੀ ਯਾਦ ਹੈ। ਮੈਂ ਕਿੱਟੀ ਪਾਈ ਸੀ, ਮੈਂ ਹਾਊਜ਼ੀ ਵੀ ਖੇਲ ਲੈਂਦੀ ਸੀ, ਮੈਨੂੰ ਪ੍ਰੋਬਲਮ ਨਹੀਂ ਸੀ ਹੁੰਦੀ। ਅਤੇ ਪਰ ਜਦੋਂ ਦੀਦੀ ਵੱਲ ਰਹੀ ਮੈਨੂੰ ਕੁਛ ਟਾਈਮ ਯਾਦ ਨਹੀਂ ਗਾ ਉਦੋਂ ਦਾ, ਬਿਲਕੁਲ ਨਹੀਂ ਯਾਦ ਹੈਗਾ। ਬੜਾ ਉਦੋਂ ਖੁਸ਼ ਹੁੰਦੇ ਸੀਗੇ ਅਤੇ ਦੀਦੀ ਵੱਡੇ ਨੇ ਜਿਹੜੇ, ਉਹਨਾਂ ਨੇ ਇਹਦੇ ਨੇ ਜਦੋਂ ਪੁੱਛਣਾ ਵੀ ਤੈਨੂੰ ਕੁਛ ਯਾਦ ਆਉਂਦਾ, ਜਦੋਂ ਕਿਤੇ ਕੋਈ ਗਾਣਾ ਚੱਲਣਾ ਨਾ ਉਸ ਟਾਈਮ ਇਹਨੇ ਨਾਲ ਗਾਣਾ ਬੋਲਣਾ, ਅਤੇ ਮੇਰਾ ਖਿਆਲ ਸ਼ਾਇਦ ਉਹ ਪਲ ਐਸੇ ਹੁੰਦੇ ਸੀ, ਜ਼ਿਆਦਾ ਖੁਸ਼ ਹੁੰਦੇ ਸੀਗੇ, ਬਹੁਤ ਜ਼ਿਆਦਾ ਖੁਸ਼ ਹੋਣਾ ਵੀ ਹਾਂ ਇਹਨੂੰ ਯਾਦ ਆ ਰਿਹਾ ਮਤਲਬ। ਬਾਕੀ ਇਹ ਹੈ ਕਿ ਉਸ ਟਾਈਮ ਡਾਕਟਰ ਨੇ ਸਾਨੂੰ, ਮੈਂ ਇਹ ਕਹਿ ਸਕਦਾ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਲਈ ਅੱਗੇ ਕਿਹੋ ਜਿਹਾ ਟਾਈਮ ਹੈ। ਬਾਕੀ ਬਹੁਤ ਜ਼ਿਆਦਾ ਪਰਮਾਤਮਾ ਦਾ, ਵਾਹਿਗੁਰੂ ਦਾ ਸ਼ੁਕਰ ਹੈ ਕਿ 28 ਸਾਲ ਕੀ ਉਹ ਟਾਈਮ ਨੂੰ ਅਸੀਂ ਭੁੱਲ ਗਏ ਅਤੇ ਅੱਗੇ ਇਹਨੇ ਸਾਰਾ ਪਰਿਵਾਰ ਸੰਭਾਲਿਆ, ਸਾਰਾ ਕੰਮ ਕਰਨ 'ਚ ਮਤਲਬ ਮੈਂ ਫੈਮਿਲੀ ਦੇ ਵਿੱਚ ਆਵਾਂ, ਕੰਮ ਕਰਨ ਦੇ ਵਿੱਚ ਇਹ ਹੈ ਕਿ ਇਹ ਬਹੁਤ ਸਫਾਈ ਪਸੰਦ ਹੈ, ਹਾਂਜੀ। ਅਤੇ ਸਫਾਈ ਅਤੇ ਕੰਮ ਕਰਨ ਦੇ ਲਈ ਸ਼ਾਇਦ ਇਹ ਜਿੰਨੀ ਐਕਟਿਵ ਮੈਂ ਪਿੱਛੇ ਇਹਨੂੰ ਲਾਈਫ 'ਚ ਦੇਖਿਆ, ਅਤੇ ਆਲਸ ਨਹੀਂ ਹੈ ਕੋਈ ਕੰਮ ਕਰਨ ਦੇ ਵਿੱਚ, ਕੋਈ ਇਹ ਜਿਹਾ ਬੜੇ ਤਰ੍ਹਾਂ ਦੀਆਂ ਜਿਹੜਾ ਕੋਈ ਪੁਆਇੰਟ ਮਤਲਬ ਜੇ ਕੋਈ ਹਲਕਾ ਫੁਲਕਾ ਕਹਾਂ ਮੈਂ ਕਹਿੰਦਾ ਵੀ ਨਹੀਂ, ਬਸ ਮੈਂ ਤਾਂ ਇਹਨੂੰ ਕਹਿੰਦਾ ਹੁੰਦਾ, ਮੈਂ ਕਹਿੰਦਾ ਵੀ ਪਰਮਾਤਮਾ ਦੀ ਕਿਰਪਾ ਨਾਲ ਦੇਖ
ਸਾਰਾ ਪਰਿਵਾਰ ਸਾਂਭਿਆ। ਕੋਈ ਮੈਨੂੰ ਪੁੱਛਦਾ ਵੀ ਹੈ, ਜੇ ਲਾਈਫ 'ਚ ਕਦੀ ਕਿਸੇ ਨੇ ਪੁੱਛਿਆ ਵੀ ਹੈ, ਮੈਂ ਕਿਹਾ ਵੀ ਸਾਰਾ ਪਰਿਵਾਰ ਸੰਭਾਲ ਰਹੀ ਹੈ, ਹੋਰ ਇਸ ਤੋਂ ਵੱਧ ਕੇ ਹੋਰ ਕੀ ਹੈ। ਜਦੋਂ ਸਾਲ ਬਾਅਦ ਤੁਸੀਂ ਵਾਪਸ ਆਏ ਇਹਨਾਂ ਦੇ ਕੋਲ, ਇਹਨਾਂ ਦੇ ਘਰ, ਤਾਂ ਉਸ ਤੋਂ ਬਾਅਦ ਫਿਰ ਜ਼ਿੰਦਗੀ ਮਤਲਬ ਕਿਵੇਂ ਸ਼ੁਰੂ ਹੋਈ? ਸਕੂਨ ਸੀ ਕਿ ਕੁਝ ਫਿਰ ਐਵੇਂ ਦਾ ਲੱਗਿਆ ਕਿ ਨਹੀਂ ਹੁਣ ਫਿਰ ਗੜਬੜ ਹੋ ਰਿਹਾ ਸਾਰਾ ਕੁਝ? ਨਹੀਂ, ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀਗੀ। ਮਤਲਬ ਭਾਬੀ ਜੀ, ਮੇਰੀ ਜਠਾਣੀ, ਮੈਂ ਉਹਨਾਂ ਨੂੰ ਭਾਬੀ ਜੀ ਕਹਿੰਦੀ ਹਾਂ, ਭਾਜੀ ਬਹੁਤ ਅੱਛੇ, ਉਹ ਅੱਛੇ ਨਾ ਹੁੰਦੇ ਨਾ ਤੇ ਫਿਰ ਟਾਈਮ ਨਹੀਂ ਨਿਕਲ ਸਕਦਾ ਸੀ। ਕਿਉਂਕਿ ਮੈਂ ਆਪਣੀ ਸਿਸਟਰਸ ਦੀ ਤੇ ਮੈਂ ਬਹੁਤ ਜ਼ਿਆਦਾ ਤਾਰੀਫ ਕਰ ਚੁੱਕੀ ਹਾਂ, ਲੇਕਿਨ ਭਾਜੀ ਭਾਬੀ ਜੀ ਬਹੁਤ ਜ਼ਿਆਦਾ ਚੰਗੇ ਸੀ। ਅਸੀਂ ਇਹ ਕਹਿ ਸਕਦੇ ਹਾਂ, ਮਤਲਬ ਮੈਂ ਗੱਲ ਕਹਿ ਰਿਹਾ ਵੀ ਇਹਦੇ ਸਿਸਟਰਸ ਲਈ ਇਹਦੇ ਇਲਾਜ ਦੇ ਦੌਰਾਨ, ਜਾਂ ਮੈਂ ਆਪਣੇ ਫੈਮਿਲੀ ਦਾ ਗੱਲ ਕਰਾਂ, ਭਾਜੀ ਭਾਬੀ ਜੀ ਤੇ ਸਾਰੇ ਸਫਰਾਂ ਦਾ, ਸ਼ਾਇਦ ਸਾਡੇ ਕੋਲੋਂ ਜਾਂ ਇਹਦੇ ਕੋਲੋਂ ਕੋਈ ਗਲਤੀ ਹੋਈ ਹੋਵੇ, ਲੇਕਿਨ ਉਹਨਾਂ ਦੇ ਕੋਲੋਂ ਅਸੀਂ ਕਦੀ ਐਕਸਪੈਕਟ ਨਹੀਂ, ਉਹਨਾਂ ਨੇ ਜੇ ਮੈਂ ਕਦੀ ਕੁਝ ਬੋਲ ਵੀ ਜਾਂਦੀ ਸੀ ਨਾ, ਕਦੀ ਕਿਸੇ ਨੇ ਗੁੱਸਾ ਨਹੀਂ ਸੀ ਕੀਤਾ। ਜੇ ਮੈਂ ਗਲਤੀ ਨਾਲ, ਜਿਸ ਤਰ੍ਹਾਂ ਮੇਰੀ ਨੇਚਰ ਚੇਂਜ ਹੁੰਦੀ ਸੀ, ਬਾਈ ਚਾਂਸ ਮੇਰੇ ਮੂੰਹ ਚੋਂ ਕਦੀ ਕੁਝ ਨਿਕਲ ਵੀ ਜਾਂਦਾ ਸੀ, ਕਿਸੇ ਨੇ ਫੀਲ ਨਹੀਂ ਸੀ ਕੀਤਾ। ਲੇਕਿਨ ਜਿੰਨਾ ਮਤਲਬ ਭੈਣ ਭਰਾ ਹੀ ਬਣ ਕੇ ਰਹੇ ਨੇ, ਅੱਜ ਤੱਕ ਭੈਣ ਭਰਾ ਬਣੇ ਹੋਏ ਨੇ ਮੇਰੇ। ਉਹਨਾਂ ਨੇ ਵੀ ਕਦੀ ਮੁਸ਼ਕਲ ਨਹੀਂ ਹੋਣ ਦਿੱਤੀ। ਹਾਂ, ਮੈਂ ਪਤਾ ਕਿ ਮੇਰੇ ਨਾ ਨੇਚਰ ਵਿੱਚ ਵਾਕਈ ਚੇਂਜ ਆ ਜਾਂਦਾ ਵਾ। ਮਤਲਬ ਜੇ ਗੁੱਸਾ ਆਉਣਾ ਤੇ ਗੁੱਸਾ ਥੋੜ੍ਹਾ ਜ਼ਿਆਦਾ ਆ ਜਾਂਦਾ ਵਾ, ਲੇਕਿਨ ਬਾਅਦ ਚੋਂ ਮੈਨੂੰ ਫੀਲ ਹੁੰਦਾ ਹੈ ਕਿ ਮੈਂ ਇਹ ਗੱਲ ਗਲਤ ਕਰ ਦਿੱਤੀ ਹੈ। ਦੇ ਅੰਦਰ ਉਹ ਸਟ੍ਰੈਸ ਜਦੋਂ ਗੁੱਸਾ ਲੱਗਦਾ, ਫਿਰ ਗਲਤੀ ਮਹਿਸੂਸ ਹੁੰਦੀ ਹੈ। ਇਹਨਾਂ ਤੇ ਗੁੱਸਾ ਥੋੜਾ ਜ਼ਿਆਦਾ ਲੱਥ ਜਾਂਦਾ। ਨਹੀਂ, ਉਹ ਤਾਂ ਚਲੋ ਯੂਨੀਵਰਸਲ ਟਰੂਥ ਹੈ। ਹਾਂਜੀ, ਯੂਨੀਵਰਸਲ ਟਰੂਥ ਹੈ ਕਿ ਜੇ ਮੈਂ ਗੁੱਸਾ ਲਾ ਵੀ ਲਵਾਂਗੀ ਤਾਂ ਇਹਨਾਂ ਨੇ ਗੁੱਸਾ ਨਹੀਂ ਕਰਨਾ, ਬਿਕੋਜ਼ ਮੈਨੂੰ ਜਵਾਬ ਵੀ ਹੋ ਜੇ ਮਿਲ ਜਾਂਦੇ ਨੇ। ਨਹੀਂ, ਉਹ ਕਹਿੰਦੇ ਨੇ ਨਾ ਕਿ ਮਤਲਬ ਕਈ ਬੱਚੇ ਕਹਿੰਦੇ ਹੁੰਦੇ ਕਿ ਮੈਨੂੰ ਨਾ ਮੇਰੀ ਮਾਂ ਵਰਗੀ ਘਰ ਵਾਲੀ ਚਾਹੀਦੀ ਹੈ ਨਾ, ਤਾਂ ਉਹਨਾਂ ਨੂੰ ਕਈ ਵਾਰ ਹਾਸੇ ਹਾਸੇ 'ਚ ਕਹੀਦਾ ਵੀ ਪਹਿਲਾਂ ਆਪਣੇ ਬਾਪੂ ਨੂੰ ਪੁੱਛੋ ਕਿ ਮਾਂ ਹੈਗਾ ਜੀ। ਨਹੀਂ, ਮੈਂ ਪਤਾ ਕੀ, ਮੇਰੇ ਬੱਚੇ ਵੀ ਕਹਿੰਦੇ ਨੇ, ਮੇਰੇ ਬੱਚੇ ਮੈਨੂੰ ਮਜ਼ਾਕ ਕਰਦੇ ਹੁੰਦੇ ਆ, ਜਦੋਂ ਇਹ ਘਰ ਆਉਣ ਨਾ ਤੇ ਮੈਨੂੰ ਸਕੂਟਰ ਦੀ ਆਵਾਜ਼ ਆ ਜਾਂਦੀ ਹੈ। ਯਾਰ ਮੈਨੂੰ ਸਕੂਟਰ ਦੀ ਆਵਾਜ਼ ਜਿਵੇਂ ਪਛਾਣ ਨਹੀਂ ਆ ਜਾਂਦੀ। ਮੈਨੂੰ ਮੇਰੀ ਬਿਟੀਆ ਰਾਤੀ ਕਹਿੰਦੀ, ਸੁਖਮਨੀ ਮੇਰੀ ਬੇਟੀ ਹੈ ਛੋਟੀ, ਤੇ ਉਹ ਮੈਨੂੰ ਕਹਿੰਦੀ ਤੁਹਾਨੂੰ ਮੰਮੀ ਜੀ ਸਮੈਲ ਆ ਜਾਂਦੀ ਹੈ ਕਿ ਪਾਪਾ ਆ ਗਏ ਨੇ। ਔਰ ਵਾਕਈ ਮੈਨੂੰ ਪਤਾ ਚੱਲ ਜਾਂਦਾ। ਸਕੂਟਰ ਵੈਸੇ ਤਾਂ ਕਾਫੀ ਐਕਟਿਵਾ ਖਲੋਂਦੀਆਂ ਨੇ ਸਾਡੇ ਘਰ ਦੇ ਅੱਗੇ, ਮਤਲਬ ਫਿਰ ਵੀ ਨਾ ਜਦੋਂ ਇਹ ਆਉਣ ਨਾ ਤੇ ਮੈਨੂੰ ਕਹਿੰਦੀ ਮੰਮਾ, ਮੈਂ ਕਿਹਾ ਬੇਟਾ ਮੈਂ ਦਰਵਾਜ਼ਾ ਖੋਲ੍ਹ ਲਵਾਂ। ਉਹ ਕਹਿੰਦੀ, ਤੇ 2 ਮਿੰਟ ਬਾਅਦ ਬੈਲ ਹੋ ਗਈ, ਕਹਿੰਦੀ ਮੰਮਾ ਤੁਹਾਨੂੰ ਸਮੈਲ ਆ ਜਾਂਦੀ ਕਿ ਪਾਪਾ ਆ ਗਏ ਨੇ। ਬਿਲਕੁਲ ਸਰ, ਮਤਲਬ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਜਿਹੜੀ ਐਵੇਂ ਚੱਲਦੀ ਹੁੰਦੀ ਹੈ ਕਿ ਬੱਚੇ ਹੋ ਜਾਂਦੇ ਨੇ, ਆਪਾਂ ਉਹਨਾਂ 'ਚ ਬਿਜ਼ੀ ਹੋ ਜਾਂਦੇ ਹਾਂ, ਹੈ ਨਾ। ਤਾਂ ਤੁਹਾਡੇ ਲਈ ਮੈਨੂੰ ਲੱਗਦਾ ਕੋਈ ਵੀ ਰਸਤੇ ਸਹੀ ਪੱਧਰੇ ਨਹੀਂ ਰਹੇ, ਹੈ ਨਾ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਉਹ ਮੈਥ 'ਚ ਜਿਹੜਾ ਆਪਾਂ ਇੱਕ ਗ੍ਰਾਫ ਬਣਾਉਂਦੇ ਹਾਂ, ਕਿ ਉਹ ਅਸਲ 'ਚ ਸਾਡੀ ਜ਼ਿੰਦਗੀ 'ਚ ਚੱਲ ਰਿਹਾ ਸੀ, ਹੈ ਨਾ। ਫਿਰ ਬਿਜ਼ਨਸ ਲਾਸ ਹੋਣੇ ਸ਼ੁਰੂ ਹੋਏ, ਹੈ ਨਾ। ਇੱਕ ਦੌਰ ਸੀਗਾ ਕਿ ਤੁਸੀਂ ਇਹਨਾਂ ਦੀ ਸਪੋਰਟ ਕਰ ਰਹੇ ਸੀਗੇ, ਫਿਰ ਇੱਕ ਦੌਰ ਆਇਆ ਕਿ ਇਹਨਾਂ ਨੂੰ ਤੁਹਾਡੀ ਸਪੋਰਟ ਕਰਨੀ ਪਈ, ਹੈ ਨਾ। ਅਤੇ ਉਹ ਚੀਜ਼ ਫਿਰ ਤੁਸੀਂ ਇਹਨਾਂ ਦੇ ਅੰਦਰ ਦੇਖੀ ਕਿ ਜਿਸ ਡੈਡੀਕੇਸ਼ਨ ਨਾਲ ਇਹਨਾਂ ਦੀ ਉਸ ਹਾਲਤ ਦੌਰਾਨ ਤੁਸੀਂ ਇਹਨਾਂ ਦਾ ਸਾਥ ਦਿੱਤਾ ਕਿ ਉਸੇ ਤਰੀਕੇ ਨਾਲ ਇਹ ਤੁਹਾਡੇ ਨਾਲ ਖੜੇ ਸੀ। ਮੈਂ ਇਹਦਾ ਜਵਾਬ ਤੁਹਾਡਾ ਇਸ ਤੋਂ ਕੁਐਸਚਨ ਲੈਣਾ ਵੀ ਤੁਸੀਂ ਗ੍ਰਾਫ ਦਾ ਨਾਮ ਲਿਆ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜ਼ਿੰਦਗੀ 'ਚ ਸੋਚਦਾ ਵੀ ਇੱਕ ਵਾਕਈ ਜਿਹੜਾ ਗ੍ਰਾਫ ਦੀ ਮਤਲਬ ਵਿਜ਼ਨ ਹੁੰਦੀ ਹੈ ਨਾ, ਗ੍ਰਾਫ ਇਸ ਤਰ੍ਹਾਂ ਆ ਕੇ ਇਸ ਤਰ੍ਹਾਂ ਹੁੰਦਾ। ਸ਼ਾਇਦ ਮੈਂ 28 ਸਾਲਾਂ 'ਚ ਖਾਸ ਕਰਕੇ ਆਪਣੇ ਗ੍ਰਾਫ ਨੂੰ ਕਦੀ ਉੱਤੇ ਅਤੇ ਕਦੀ ਥੱਲੇ, ਅਤੇ ਮੈਂ ਰੀਅਲ ਗ੍ਰਾਫ ਦੀ ਤਰ੍ਹਾਂ ਮੈਂ ਸ਼ਾਇਦ ਕਹਿੰਦਾ ਹੁੰਦਾ ਕਿ ਸਾਡੀ ਲਾਈਫ ਜਿਹੜੀ ਹੈ ਇਹ ਗ੍ਰਾਫ ਦੀ ਤਰ੍ਹਾਂ ਹੀ ਹੋਈ ਹੈ। ਕਦੀ ਲੌਸਿਸ ਵੀ ਸਾਰੇ ਹੋਏ ਨੇ। ਜੇ ਤੁਸੀਂ ਮੇਰਾ 93 ਈਅਰ ਮੈਰਿਜ ਵਾਲਾ ਸਾਲ ਦੇਖੋ, ਅਤੇ ਮੈਂ ਉਸ ਟਾਈਮ ਇੱਕ 93 ਜਨਵਰੀ ਲੈ ਲਓ, 93 ਜਨਵਰੀ 'ਚ ਮੈਂ ਇੱਕ ਨਵਾਂ, ਮੈਂ ਇੱਕ ਆਲਰੇਡੀ ਕਾਰ ਐਕਸੈਸਰੀ ਦੇ ਵਿੱਚ ਸ਼ੁਰੂ ਤੋਂ ਕੰਮ ਕਰਦਾ ਰਿਹਾ, ਸਾਰੀ ਪੰਜਾਬ ਮਾਰਕੀਟ ਅਤੇ ਚੰਡੀਗੜ੍ਹ, ਅਤੇ ਕਾਰ ਐਕਸੈਸਰੀ ਦੇ ਵਿੱਚ ਹੋਲਸੇਲ ਦਾ ਕੰਮ ਕਰਦਾ ਰਿਹਾ ਮੈਂ। ਸਾਰਾ ਕਾਰਾਂ ਦੇ ਸਟੀਰੀਓ ਵਗੈਰਾ ਦਾ ਸਾਰਾ ਕੰਮ ਸਾਰੀ ਪੰਜਾਬ ਮਾਰਕੀਟ 'ਚ ਕਾਫੀ ਅੱਛਾ, ਮਤਲਬ ਕਹਿ ਲਓ ਵੀ ਵੈਲਿਊ ਕਹਿ ਲਓ ਜਾਂ ਇੱਕ ਇਮੇਜ ਕਹਿ ਲਓ, ਅੱਛੀ ਕੰਮ ਦੇ ਵਿੱਚ ਰਹੀ ਹੈ। ਸਾਰਿਆਂ ਨਾਲ ਮੇਲ ਮਿਲਾਪ, ਪਿਆਰ ਮੁਹੱਬਤ ਸਾਰੇ ਡੀਲਰਾਂ ਨਾਲ ਰਿਹਾ। ਕਾਰ ਐਕਸੈਸਰੀ 'ਚ ਇੱਕ ਨਿਮਾਣਾ ਜਾਂ ਨੌਨ ਨਾਮ ਕਹਿ ਸਕਦੇ ਹੋ ਉਸ ਟਾਈਮ ਦਾ ਜਾਂ ਅੱਜ ਤੱਕ ਹੈ। ਅਤੇ ਉਹਦੇ ਵਿੱਚ ਮੈਂ ਇਹ ਕਹਿ ਰਿਹਾ ਵੀ 93 ਜਨਵਰੀ ਮੇਰੇ ਰੀਅਲ ਲਾਈਫ ਦੇ ਵਿੱਚ ਜੋ ਮੈਂ ਮਹਿਸੂਸ ਕਰਦਾ
मैं एक टॉप ते जिहड़ा कह लो मेरी लाइफ का टॉप इवेंट मतलब सीगा टाइम सीगा वो सीगा ते 93 अक्तूबर च एक्सीडेंट मैरिज होंदी है, फिर एक्सीडेंट होंदा। ईवन 93 दसंबर तक ਜਾਂ 94 ਦੀ ਜਨਵਰੀ ਸਟਾਰਟ ਉਹ ਗ੍ਰਾਫ ਉੱਪਰੋਂ ਜਿੱਦਾਂ ਕੋਈ ਅਸਮਾਨ ਤੋਂ ਅਰਸ਼ ਤੋਂ ਫਰਸ਼ 'ਤੇ ਡਿੱਗਦਾ, ਉਹ ਸਾਲ ਮੈਂ ਆਪਣੀ ਲਾਈਫ 'ਚ ਉਸ ਤਰੀਕੇ ਨਾਲ ਦੇਖਿਆ। ਸਾਰੇ ਮੈਰਿਜ ਵੀ ਹੋਈ ਹੈ, ਸਾਰਾ ਕੁਛ ਹੋਇਆ, ਬਿਜ਼ਨਸ ਵਧਾਉਣ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਇਮੀਡੀਏਟਲੀ ਇਹੋ ਜਿਹੇ ਚੱਕਰ 'ਚ ਘਿਰ ਗਏ ਐਕਸੀਡੈਂਟ ਤੋਂ ਬਾਅਦ, ਜਿਹਦੇ ਵਿੱਚ ਤੁਸੀਂ ਫਾਈਨੈਂਸ਼ੀਅਲ ਲੋਸ, ਫੈਮਿਲੀ ਲੋਸ, ਬਿਜ਼ਨਸ ਡਿਸਟਰਬ, ਬਿਜ਼ਨਸ ਕਰ ਹੀ ਨਹੀਂ ਸਕਿਆ ਉਸ ਤੋਂ ਬਾਅਦ ਜਿਹੜਾ ਕੁਛ ਹੈ। ਕਿਉਂਕਿ ਇੱਕ ਚੱਲਦੇ ਬਿਜ਼ਨਸ 'ਚ ਇੱਕ ਹੋਰ 1993 ਜਨਵਰੀ 'ਚ ਇੱਕ ਬਿਜ਼ਨਸ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਵੱਲੋਂ, ਇੱਕ ਅੱਛਾ ਮਤਲਬ ਕਹਿ ਲਓ ਰੈਂਟ ਦੇ ਉੱਤੇ ਹੀ ਉਸ ਟਾਈਮ ਮੋਹਾਲੀ 5 ਫੇਸ ਦੇ ਵਿੱਚ ਇੱਕ ਬਾਟਾ ਦੀ ਫਰੈਂਚਾਈਜ਼ ਦਾ ਸ਼ੋਰੂਮ ਉਸ ਟਾਈਮ ਮੈਂ ਓਕੂਪਾਈ ਮਤਲਬ ਕਹਿ ਲਓ ਜਾਂ ਲਿਆ ਸੀਗਾ, ਕੀਤਾ ਜਨਵਰੀ 'ਚ ਲਿਆ, ਅਤੇ ਉਹ ਮੈਂ ਸਿਰਫ 2 ਸਾਲ ਹੀ ਕਰ ਸਕਿਆ। ਇੱਕ ਆਲਰੇਡੀ ਅੱਛੇ ਕਾਰੋਬਾਰ ਦੇ ਬਾਵਜੂਦ ਉਹ ਇੱਕ ਐਡੀਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਸ ਤੋਂ ਬਾਅਦ ਸਾਰਾ ਮਤਲਬ ਸਿਸਟਮ ਐਸਾ ਗੱਲ ਹੋਇਆ ਕਿ ਉਹ ਸ਼ੁਰੂ ਤਾਂ ਕਰ ਲਿਆ, ਲੇਕਿਨ ਅਖੀਰ ਤੱਕ ਜਾਂਦੇ ਜਾਂਦੇ ਉਹ ਐਕਸੀਡੈਂਟ ਤੋਂ ਬਾਅਦ ਸਾਲ ਸਵਾ ਸਾਲ ਤੋਂ ਬਾਅਦ ਉਹ ਵੀ ਬੰਦ ਕਰਨਾ ਪਿਆ, ਅਤੇ ਨਾਲ ਕਿਉਂਕਿ ਚੱਲਦਾ ਬਿਜ਼ਨਸ ਜਿਹੜਾ ਸੀਗਾ ਉਹ ਖਰਾਬ ਹੋ ਗਿਆ। ਅਤੇ ਇਹ ਸਾਡੇ ਸਾਰੇ ਬਿਜ਼ਨਸ ਦੇ ਹਾਲਾਤ ਉਸ ਟਾਈਮ ਦੇ, ਅਤੇ ਜਿਹੜੇ ਇੱਕ ਐਕਸੀਡੈਂਟ ਦੇ ਹਾਲਾਤ ਸ਼ਾਇਦ ਉਸ ਟਾਈਮ ਮੇਰੇ ਨੀਅਰ ਐਂਡ ਡੀਅਰ ਮੋਹਾਲੀ ਦੇ ਵਿੱਚ ਸਾਰਿਆਂ ਨੂੰ, ਸਾਰੇ ਡੀਲਰਸ ਨੂੰ, ਅੱਜ ਵੀ ਤੁਸੀਂ ਕਿਸੇ ਨੂੰ ਉਸ ਟਾਈਮ ਦਾ ਜੇ ਪੁੱਛ ਲਓ ਵੀ ਇਹ ਚੀਜ਼ ਮੇਰੇ ਨਾਮ ਦੇ ਨਾਲ ਜੋੜ ਕੇ ਪੁੱਛੋ ਵੀ ਹੋਇਆ ਸੀ, ਮੇਰਾ ਖਿਆਲ ਮੇਰਾ ਸਾਰਿਆਂ ਨਾਲ ਫੈਮਿਲੀ ਰਿਲੇਸ਼ਨ ਹੈ, ਦੇ ਨੋ ਐਵਰੀਥਿੰਗ ਕਿ ਹਾਂ ਬਿਜ਼ਨਸ ਵਾਲਿਆਂ ਨੂੰ ਬਿਜ਼ਨਸ ਦਾ ਪਤਾ, ਅਤੇ ਲਾਗੇ ਸਾਰਿਆਂ ਨੂੰ ਸ਼ਾਇਦ ਉਦੋਂ ਕਾਫੀ ਮਤਲਬ ਇਹ ਪੋਪੂਲਰ ਤਾਂ ਨਹੀਂ ਮੈਂ ਕਹਿ ਸਕਦਾ, ਕਾਫੀ ਚਰਚਾ ਦੇ ਵਿੱਚ ਇੱਕ ਟਾਈਮ ਉਸ ਟਾਈਮ ਦੇ ਵਿੱਚ ਇਹ ਸਾਡਾ ਵਿਆਹ ਅਤੇ ਐਕਸੀਡੈਂਟ ਵਾਲਾ ਮੂਮੈਂਟ ਮਤਲਬ ਉਦੋਂ ਪੈਦਾ ਹੋਇਆ ਸੀ। ਤੁਹਾਨੂੰ ਕਦੀ ਇਹਨਾਂ ਨਾਲ ਇਸ ਚੀਜ਼ 'ਤੇ ਨਾਰਾਜ਼ਗੀ ਨਹੀਂ ਹੋਈ ਕਿ ਵੀ ਮੇਰੇ ਜਦੋਂ ਘਰਦਿਆਂ ਨੇ ਵੇਖਿਆ ਸੀਗਾ ਉਦੋਂ ਤਾਂ ਮਤਲਬ ਕਾਰੋਬਾਰ ਬਹੁਤ ਸੀ, ਘਰ ਸਭ ਕੁਛ ਸੀ ਤੁਹਾਡੇ ਕੋਲ, ਹੈ ਨਾ, ਅਤੇ ਉਸ ਤੋਂ ਬਾਅਦ ਨੇ ਵੀ ਮਤਲਬ ਮੈਂ ਨਹੀਂ ਕਹਿੰਦੀ ਕਿ ਔਰਤਾਂ ਨੂੰ ਹੁੰਦੀ ਆ, ਪਰ ਹਾਂ ਜ਼ਰੂਰਤਾਂ ਦੇ ਹਿਸਾਬ ਨਾਲ ਤੁਹਾਨੂੰ ਨਾਰਾਜ਼ਗੀਆਂ ਹੁੰਦੀਆਂ ਨੇ ਕਿ ਨਹੀਂ ਮੇਰੀ ਆਹ ਜ਼ਰੂਰਤ ਸੀ, ਇਹ ਪੂਰੀ ਨਹੀਂ ਹੋ ਰਹੀ, ਇਸ ਤਰੀਕੇ ਨਾਲ ਕਦੀ ਜਤਾਇਆ ਤੁਸੀਂ ਇਹਨਾਂ 'ਤੇ? ਕਦੀ ਵੀ ਨਹੀਂ। ਇਸ ਚੀਜ਼ ਦਾ ਮਤਲਬ ਇੰਨੇ ਵੱਡੇ ਲੋਸ ਨੂੰ ਤੁਸੀਂ ਮਤਲਬ ਆਪਣੇ ਦਿਮਾਗ 'ਤੇ ਕਿੱਦਾਂ ਝੱਲਿਆ ਵੀ ਹਾਂ ਜ਼ਿੰਦਗੀ ਜਦੋਂ ਦੀ ਸ਼ੁਰੂ ਹੋਈ ਆ ਕੁਛ ਨਾ ਕੁਛ ਚੱਲ ਰਿਹਾ, ਆਪਾਂ ਬਹੁਤ ਛੇਤੀ ਅਪਸੈਟ ਹੋ ਜਾਂਦੇ ਇਹਨਾਂ ਚੀਜ਼ਾਂ ਤੋਂ, ਕਦੀ ਮਨ 'ਚ ਨਹੀਂ ਆਇਆ ਕਿ ਨਹੀਂ ਮਤਲਬ ਕੁਝ ਵੀ ਚੰਗਾ ਨਹੀਂ ਚੱਲ ਰਿਹਾ ਜ਼ਿੰਦਗੀ 'ਚ? ਕਦੀ